ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੇ ਗੁਆਰੇ ਰੇ ਮਹਲਾ ਤੀਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲਿਆ ਹਰ ਮੇਲਾ ਹੋਏ। ਆਪੇ ਮਿਲ ਮਿਲਾਵੈ ਸੋਏ। ਮੇਰਾ ਪ੍ਰਭ ਸਭ ਵਿਧ ਆਪੇ ਜਾਣੈ। ਹੁਕਮੇ ਮੇਲੇ ਸ਼ਬਦ ਪਛਾਣੈ। ਗੁਰ ਮਿਲਿਆ ਹਰ ਮੇਲਾ ਹੋਏ। ਆਪੇ ਮਿਲ ਮਿਲਾਵੈ ਸੋਏ। ਮੇਰਾ ਪ੍ਰਭ ਸਭ ਵਿਧ ਆਪੇ ਜਾਣੈ। ਹੁਕਮੇ ਮੇਲੇ ਸ਼ਬਦ ਪਛਾਣੈ। ਸਤਿਗੁਰ ਕੈ ਪਹਿ ਭ੍ਰਮ ਭਉ ਜਾਏ। ਭੈ ਰਾਚੈ ਸਚ ਰੰਗ ਸਮਾਏ। ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਪਾਏ। ਮੇਰਾ ਪ੍ਰਭ ਪਹਾਰਾ ਕੀਮਤ ਨਹੀਂ ਪਾਏ। ਸ਼ਬਦ ਸਾਲਾ ਹੈ ਅੰਤ ਨ ਪਾਰਾਵਾਰ। ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਗੁਰ ਮਿਲਿਆ ਸਭ ਮਤ ਬੁੱਧ ਹੋਏ। ਮਨ ਨਿਰਮਲ ਵਸੈ ਸੱਚ ਸੋਏ। ਸਾਚ ਵਸਿਐ ਸਾਚੇ ਸਭ ਕਾਰ। ਊਤਮ ਕਰਣੇ ਸ਼ਬਦ ਵਿਚਾਰ। ਗੁਰ ਤੇ ਸਾਚੇ ਸੇਵਾ ਹੋਏ। ਗੁਰਮੁਖ ਨਾਮ ਪਛਾਣੈ ਕੋਏ। ਜੀਵੈ ਦਾਤਾ ਦੇਵਨਹਾਰ। ਨਾਨਕ ਹਰ ਨਾਮੇ ਲੱਗੈ ਪਿਆਰ। ਗੁਰ ਤੇ ਸਾਚੇ ਸੇਵਾ ਹੋਏ। ਗੁਰਮੁਖ ਨਾਮ ਪਛਾਣੈ ਕੋਏ। ਜੀਵੈ ਦਾਤਾ ਦੇਵਨਹਾਰ। ਨਾਨਕ ਹਰ ਨਾਮੇ ਲੱਗੈ ਪਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸਤ ਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਚੌਜੀ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਸਰਬੰਸ ਕੁਰਬਾਨ ਕਰਕੇ ਸਤਿਗੁਰਾਂ ਜੀ ਨੇ ਇਸ ਅਸਥਾਨ ਤੇ ਆਉਣਾ ਕੀਤਾ। ਬੜਾ ਇਹ
ਰਮਣੀਕ ਸਤਜੁਗ ਦਾ ਵਸਿਆ ਹੋਇਆ ਨਗਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਤਜੁਗੀ ਤਪ ਸਥਾਨ। ਮਹਾਰਾਜ ਜੀ ਨੇ 10ਵੇਂ ਜਾਮੇ ਵਿੱਚ ਇਸ ਨੂੰ ਵਿਦਿਮਾਨ ਕੀਤਾ। ਹਜ਼ੂਰ ਦੇ ਐਸੇ ਪਵਿੱਤਰ ਸਥਾਨ ਤੇ ਆਪ ਸੰਗਤ ਵਿੱਚ ਜੁੜ ਬੈਠੇ ਹੋ। ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦੇ ਅੰਮ੍ਰਿਤ ਉਪਦੇਸ਼ ਦੀ ਕਥਾ ਮਨ ਇਕਾਗਰ ਕਰਕੇ ਸਰਵਣ ਕਰੀਏ। ਆਪਣੀਆਂ ਗੱਲਾਂ ਬਾਤਾਂ ਤੋਂ ਸੰਕੋਚ ਕਰੀਏ। ਜੇ ਕੋਈ ਜ਼ਰੂਰੀ ਗੱਲ ਹੈ ਤਾਂ ਭਾਈ ਪਾਸੇ ਜਾ ਕੇ ਆਪ ਕਰ ਸਕਦੇ ਹੋ। ਸਤਿਗੁਰੂ ਦੇ ਹਜ਼ੂਰ ਸੁਰਤ ਨੂੰ ਇਕਾਗਰ ਕਰਦੇ ਹੋਏ ਮਹਾਰਾਜ ਜੀ ਦੇ ਸ਼ਬਦ ਨਾਲ ਜੁੜੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੇ ਗੁਆਰੇ ਰੇ ਮਹਲਾ ਤੀਜਾ ਚੌਪਦੇ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਗੌੜੀ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਗੌੜੀ ਦੀ ਗੁਆਰੇਰੀ ਜਾਤੀ ਦੇ ਅੰਦਰ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਹੈ। ਸੱਚੇ ਪਾਤਸ਼ਾਹ ਗੁਰਿਆਈ ਨੂੰ ਜਿਸ ਵਕਤ ਪ੍ਰਾਪਤ ਹੋਏ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਨਾਲ ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਭਾਗ ਲਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਦੇ ਅੰਦਰ ਹਜ਼ੂਰ ਤਖਤ ਲਾ ਕਰਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ, 22 ਮਹਾਰਾਜ ਜੀ ਨੇ ਮੰਜੀਆਂ ਥਾਪੀਆਂ, 72 ਬੀੜੇ ਥਾਪੇ। ਬਹੁਤ ਭਾਰੀ ਸਤਿਗੁਰਾਂ ਜੀ ਨੇ ਸਿੱਖੀ ਦਾ ਜਿਹੜਾ ਸੀ ਪ੍ਰਚਾਰ ਸਾਰੇ ਭਾਰਤ ਵਰਸ਼ ਦੇ ਅੰਦਰ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਸਿੱਖ ਥਾਪ ਕਰਕੇ ਕੀਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਦਰਸ਼ਨ ਕਰਨ ਲਈ ਸਦਾ ਹੀ ਤੁਰੀਆਂ ਰਹਿੰਦੀਆਂ। ਕੋਈ ਸੇਵਾ ਕਰਕੇ ਦਰਸ਼ਨ ਕਰਕੇ ਨਗਰਾਂ ਨੂੰ ਪਰਤ ਰਿਹਾ, ਕੋਈ ਦਰਸ਼ਨ ਕਰਨ ਦੀ ਲਾਲਸਾ ਨਾਲ ਆ ਰਿਹਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰ ਆਪ ਸਾਗਰ ਦੀ ਨਿਆਈ ਹਨ ਤੇ ਜਿਹੜੀਆਂ ਨਦੀਆਂ ਹੁੰਦੀਆਂ ਉਹ ਰਾਤ ਦਿਨ ਜੰਗਲਾਂ ਨੂੰ ਪਰਬਤਾਂ ਨੂੰ ਚੀਰਦੀਆਂ ਹੋਈਆਂ ਸਮੁੰਦਰ ਵਿੱਚ ਆ ਕਰਕੇ ਮਿਲਦੀਆਂ ਹਨ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤਾ ਜਿਤ ਵਡਿਆਈ। ਸੱਚੇ ਪਾਤਸ਼ਾਹ ਜੀ ਮਹਾਰਾਜ ਰੂਪੀ ਸਮੁੰਦਰ ਦੇ ਅੰਦਰ ਅਭੇਦ ਹੋਣ ਵਾਸਤੇ ਸਿੱਖ ਸੰਗਤਾਂ ਰੂਪੀ ਜਿਹੜੀਆਂ ਨਦੀਆਂ ਹਨ, ਇਹ ਸਾਧ ਸੰਗਤ ਜੀ ਰਾਤ ਦਿਨ ਹੀ ਸੰਗਤਾਂ ਗੋਇੰਦਵਾਲ ਸਾਹਿਬ ਨੂੰ ਚਲੀਆਂ ਆ ਰਹੀਆਂ। ਕੋਈ ਪਰਬਤਵਾਸੀ ਸੰਗਤਾਂ ਆ ਰਹੀਆਂ, ਕੋਈ ਜੰਗਲ ਦੇਸ਼ ਤੋਂ ਸੰਗਤਾਂ ਆ ਰਹੀਆਂ। ਇਹ ਚੌਹਾਂ ਹੀ ਦਿਸ਼ਾਵਾਂ ਤੋਂ ਸੰਗਤਾਂ ਗੁਰੂ ਅਮਰਦਾਸ ਸਾਹਿਬ ਰੂਪੀ ਸਮੁੰਦਰ ਵਿੱਚ ਜਾਣੋ ਇਹ ਨਦੀਆਂ ਹੀ ਸਮਾਉਣ ਲਈ ਆ ਰਹੀਆਂ ਹਨ। ਅਟੁੱਟ ਹੀ ਲੰਗਰ ਵਰਤ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੌਲੀ ਸਾਹਿਬ ਸੁੰਦਰ ਤੀਰਥ ਰਚਿਆ, ਮੁਕਤੀਆਂ ਦੇ ਸੋਮੇ ਲਾ ਦਿੱਤੇ। ਅਕਬਰ ਵਰਗੇ ਬਾਦਸ਼ਾਹ ਝੋਕੇ ਸਿਜਦੇ ਕਰ ਰਹੇ ਹੈ। ਐਸਾ ਅਦੁੱਤੀ ਦਰਬਾਰ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ।
ਸਮੁੰਦਰ ਵਿੱਚ ਤਾਂ 14 ਹੀ ਰਤਨ ਨੇ, ਪਰ ਗੁਰੂ ਅਮਰਦਾਸ ਸਾਹਿਬ ਰੂਪੀ ਸਮੁੰਦਰ ਦੇ ਅੰਦਰ ਬੇਅੰਤ ਹੀ ਰਤਨ ਨੇ, ਬੇਅੰਤ ਹੀ ਹੀਰੇ ਪੰਨੇ ਜਵਾਹਰ ਲਾਲ ਹਨ। ਸਤਿਗੁਰੂ ਗੁਰੂ ਅਮਰਦਾਸ ਰੂਪੀ ਸਮੁੰਦਰ ਦੇ ਅੰਦਰੋਂ ਸਾਧ ਸੰਗਤ ਜੀ ਬੈਰਾਗ ਰੂਪੀ ਰਤਨ ਪ੍ਰਾਪਤ ਹੋ ਜਾਂਦਾ ਸਿੱਖਾਂ ਨੂੰ। ਨਾਮ ਰੂਪੀ ਹੀਰਾ ਲੱਭ ਪੈਂਦਾ ਹੈ, ਪ੍ਰੇਮ ਰੂਪੀ ਲਾਲ ਮਹਾਰਾਜ ਬਖਸ਼ਿਸ਼ ਕਰਦੇ ਹੈ। ਫਿਰ ਸਮੁੰਦਰ ਇੰਨਾ ਡੂੰਘਾ ਹੈ ਕਿ ਉਹਦੀ ਡੂੰਘਾਈ ਨੂੰ ਕੋਈ ਨਾਪ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਵੀ ਕੋਈ ਆਦ ਅੰਤ ਨਹੀਂ ਪਾ ਸਕਦਾ। ਸਮੁੰਦਰ ਜਿਵੇਂ ਗੰਭੀਰ ਹੈ, ਮਹਾਰਾਜ ਦਾ ਗੰਭੀਰ ਆਸ਼ਾ ਹੈ, ਕੋਈ ਜਾਣ ਨਹੀਂ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਮੁੰਦਰ ਤਾਂ ਖਾਰਾ ਹੈ ਨਾ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਐਸੇ ਸਮੁੰਦਰ ਹਨ ਜੋ ਬ੍ਰਹਮ ਰਸ ਨਾਲ ਭਰੇ ਹੋਏ ਆ। ਸੱਚੇ ਪਾਤਸ਼ਾਹ ਜੀ ਆਤਮਿਕ ਆਨੰਦ ਮਹਾਰਾਜ ਸਿੱਖਾਂ ਨੂੰ ਬਖਸ਼ਿਸ਼ ਕਰਦੇ ਆ, ਗਰੀਬ ਨਵਾਜ। ਸਮੁੰਦਰ ਸਾਧ ਸੰਗਤ ਜੀ ਭਾਵੇਂ ਕਿਹੜਾ ਹੈ ਸੁੱਕ ਜਾਵੇ, ਪਰ ਗੁਰੂ ਰੂਪੀ ਸਮੁੰਦਰ ਕਦੇ ਨਹੀਂ ਸੁੱਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਸਿੱਖੀ ਦਾ ਮਹਾਨ ਮਹਾਰਾਜ ਜੀ ਨੇ ਪ੍ਰਚਾਰ ਕੀਤਾ ਏ। ਭੱਟਾਂ ਨੇ ਕਿਹਾ ਏ ਕਿ ਮਹਾਰਾਜ ਆਪ ਨੇ ਤਾਂ ਚੌਹਾਂ ਹੀ ਦਿਸ਼ਾਵਾਂ ਵਿੱਚ ਜੈ ਜੈਕਾਰ ਦੀ ਝੁੰਨੀ ਲਾ ਦਿੱਤੀ ਹੈ ਨਾਮ ਦੀ। ਆਪ ਦੇ ਨਾਮ ਦਾ ਮਹਾਰਾਜ ਡੰਕਾ ਚੌਹਾਂ ਹੀ ਦਿਸ਼ਾਵਾਂ ਵਿੱਚ ਵੱਜਦਾ ਏ, ਉੱਤਰ ਦੱਖਣ ਪੂਰਬ ਪੋਭੇ ਅਰ ਪਸ਼ਚਮ ਜੈ ਜੈਕਾਰ ਜਪੰਥ ਨਰਾ। ਜਿੰਨੇ ਲੋਕ ਮਹਾਰਾਜ ਤੁਹਾਡੇ ਨਾਮ ਦੀ ਜੈ ਜੈਕਾਰ ਦੀ ਧੁਨੀ ਲਾ ਰਹੇ ਹੈ, ਐਸੇ ਦੀਨ ਦਿਆਲ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਪਵਿੱਤਰ ਬਾਣੀ ਰਾਗ ਗੌੜੀ ਦੇ ਅੰਦਰ ਸਾਧ ਸੰਗਤ ਜੀ ਆਰੰਭ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਆਰੇਰੀ ਜਾਤੀ ਦੇ ਅੰਦਰ ਮਹਾਰਾਜ ਮਹੱਲਾ ਤੀਸਰਾ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹੈ। ਚੌਪਦੇ ਇਹ ਚੌਪਦਿਆਂ ਵਾਲੇ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਜੀ ਨੇ ਇਹ ਮੰਗਲਾ ਚਰਨ ਵੇਖੋ ਵਿੱਚ ਰੱਖਿਆ ਹੈ, ਤੇ ਇਹ ਤਾਂ ਸਤਿਗੁਰੂ ਜੀ ਦੀ ਮੌਜ ਹੈ ਨਾ। ਜਦੋਂ ਇਹ ਗੱਲ ਚੱਲੀ ਸੀ ਕਿ ਕਹਿੰਦੇ ਮੰਗਲ ਜਿਹੜੇ ਆ ਉਹ ਇੱਕ ਥਾਂ ਤੇ ਇਕੱਠੇ ਕਰ ਦਿਓ ਜਾਂ ਸ਼ੁਰੂ ਵਿੱਚ ਮੰਗਲ ਹੋਵੇ, ਤੇ ਇਹ ਸਾਧ ਸੰਗਤ ਜੀ ਫਿਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ। ਤੋ ਸੰਤ ਸਮਾਜ ਦੀ ਮਹਾਤਮਾ ਦੀ ਇਕੱਤਰਤਾ ਕਰਕੇ ਸਰਬਸੰਮਤੀ ਦੇ ਨਾਲ ਕਿ ਜਿਹੋ ਜਿਹਾ ਸਤਿਗੁਰਾਂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਦੀ ਬਾਣੀ ਲਿਖਵਾਈ ਹੈ, ਸਰੂਪ ਉਚਾਰਨ ਕੀਤਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਾਰੀ ਲਾ ਕਰਕੇ ਉਹਦੇ ਵਿੱਚ ਭਾਈ ਕਿਸੇ ਨੂੰ ਫਰਕ ਪਾਉਣ ਦਾ ਕੋਈ ਹੱਕ ਨਹੀਂ। ਜਿਵੇਂ ਮਹਾਰਾਜ ਸਾਹਿਬ ਜੀ ਨੇ ਦਰਜ ਕਰਵਾਈ ਹੈ ਬਾਣੀ, ਉਵੇਂ ਹੀ ਬਾਣੀ ਦੇ ਸਰੂਪ ਅੱਗੇ ਲਿਖਤੀ ਰੂਪ ਵਿੱਚ ਜਿਹੜੇ ਹੈ ਉਹ ਛਾਪੇ ਜਾਣ। ਤੋ ਇਹ ਬੜਾ ਵੱਡਾ ਇਹ ਸਾਧ ਸੰਗਤ ਜੀ ਕੌਮੀ ਕਾਰਜ ਸੀਗਾ। ਤੋ ਸਤਿਗੁਰਾਂ ਜੀ ਨੇ ਮਹਾਂਪੁਰਖਾਂ ਦੇ ਸੀਸ ਤੇ ਹੱਥ ਰੱਖ ਕੇ ਇਹ ਸੇਵਾ ਗੁਰੂ ਸਾਹਿਬ ਨੇ ਆਪ ਦੇ ਘਰ ਦੀ ਲਈ। ਸੱਚੇ ਪਾਤਸ਼ਾਹ ਜੀ ਮਹਾਰਾਜ ਬੀਜ ਮੰਤਰ ਮੰਗਲ ਸਤਿਗੁਰੂ ਜੀ ਉਚਾਰਨ ਕਰਦੇ ਹਨ। ਅਦੁੱਤੀ ਪਰਮੇਸ਼ਰ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਓੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਗੁਰ ਮਿਲਿਆ ਹਰ ਮਿਲਾ ਹੋਏ। ਸਿੱਖਾਂ ਨੇ ਗੁਰੂ ਮਹਾਰਾਜ ਦੇ ਕੋਲ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਿਹੜੇ ਦਿਨ ਕਹੇ ਐ ਕਿ ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਉਹ ਕਿਹੜੇ ਦਿਨ ਮਹਾਰਾਜ ਨੇ ਕਿਹਾ ਜਿਹੜੇ ਆਉਣਗੇ? ਤਾਂ ਉਹ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਦੱਸੋ। ਮਹਾਰਾਜ ਜੀ ਨੇ ਆਖਿਆ ਹੀ ਹੈ ਨਾ ਕਿ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਸਾਧ ਸੰਗਤ ਜੀ ਉਦੋਂ ਭਲੇ ਦਿਨ ਆ ਜਾਂਦੇ ਆ ਜਦੋਂ ਕਿਸੇ ਰਸ ਵਾਲੇ ਗੁਰਮੁਖ ਦੀ ਸੰਗਤ ਹੋ ਜਾਵੇ, ਜੀਵਨ ਮੁਕਤ ਮਹਾਤਮਾ ਦੇ ਦਰਸ਼ਨ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਿੱਠੀ ਲੱਗਣ ਲੱਗ ਜਾਵੇ, ਹਜੂਰ ਦੀ ਤਾਬਿਆ ਬਹਿਣ ਨੂੰ ਲੰਮਾ ਸਮਾਂ ਹੀ ਦਿਲ ਕਰੇ, ਉੱਠਣ ਨੂੰ ਚਿੱਤ ਨਾ ਕਰੇ, ਭਲੇ ਦਿਨ ਹਨ ਉਹ। ਮਹਾਰਾਜ ਜੀ ਨੇ ਕਿਹਾ ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਉਹ ਦਿਨ
ਜਦੋਂ ਮਹਾਰਾਜ ਦਾ ਦਰਸ਼ਨ ਪ੍ਰਾਪਤ ਹੋਵੇ। ਉਹ ਦਿਨ ਜਦੋਂ ਅੰਦਰ ਪਿਆਰ ਉਮਗ ਆਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਿਹੜੇ ਦਿਨਾਂ ਦਾ ਇਸ਼ਾਰਾ ਕੀਤਾ ਹੈ? ਤਾਂ ਹਜ਼ੂਰ ਫਰਮਾਉਂਦੇ ਹਨ, ਗੁਰ ਮਿਲਿਆ ਹਰ ਮੇਲਾ ਹੋਏ। ਗੁਰੂ ਮਹਾਰਾਜ ਫਰਮਾਉਂਦੇ ਸਿੱਖੋ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਉਹ ਦਿਨ ਕਿਹੜੇ ਹਨ? ਜਦੋਂ ਗੁਰੂ ਸਾਹਿਬ ਦਾ ਮਿਲਾਪ ਹੋ ਜਾਵੇ, ਗੁਰੂ ਜੀ ਦਾ ਦਰਸ਼ਨ ਹੋ ਜਾਵੇ। ਜਦੋਂ ਗੁਰੂ ਸਾਹਿਬ ਦਾ ਮਿਲਾਪ ਹੁੰਦਾ ਨਾ, ਗੁਰ ਮਿਲਿਆ ਹਰ ਮੇਲਾ ਹੋਈ, ਫਿਰ ਹਰੀ ਨਾਲ ਮੇਲਾ ਕਰਾ ਦਿੰਦੇ ਮਹਾਰਾਜ। ਗੁਰੂ ਸਾਹਿਬ ਜੀ ਨਿਰੰਕਾਰ ਦਾ ਮਿਲਾਪ ਕਰਾ ਦਿੰਦੇ ਆ ਸੱਚੇ ਪਾਤਸ਼ਾਹ। ਸਾਧ ਸੰਗਤ ਜੀ ਜਦੋਂ ਨਿਰੰਕਾਰ ਪ੍ਰੇਰਨਾ ਕਰਦੇ ਆ ਨਾ, ਜੀਵ ਨੂੰ ਨਿਸ਼ਕਾਮ ਕਰਮਾਂ ਵਿੱਚ ਮੇਲਦੇ ਆ। ਜਦੋਂ ਨਿਸ਼ਕਾਮ ਕਰਮ ਜੀਵ ਕਰਦਾ ਨਾ, ਨਿਸ਼ਕਾਮ ਕਰਮਾਂ ਵਿੱਚ ਮੇਲ ਕੇ ਫਿਰ ਉਹਨਾਂ ਕਰਮਾਂ ਦੇ ਸਦਕਾ ਮਹਾਰਾਜ ਗੁਰੂ ਜੀ ਦਾ ਦਰਸ਼ਨ ਕਰਾਉਂਦੇ ਆ ਨਿਰੰਕਾਰ ਵਾਹਿਗੁਰੂ। ਜਦੋਂ ਫਿਰ ਗੁਰੂ ਜੀ ਦੇ ਮੇਲ ਵਿੱਚ ਮਿਲਦਾ ਹੈ, ਮਹਾਰਾਜ ਸਿੱਖ ਨੂੰ ਸ਼ਬਦ ਦੇ ਮੇਲ ਵਿੱਚ ਮੇਲਦੇ ਆ, ਨਾਮ ਦੇ ਮੇਲ ਵਿੱਚ ਮੇਲਦੇ ਆ। ਤੇ ਜਦੋਂ ਨਾਮ ਦੇ ਮੇਲ ਵਿੱਚ ਮਿਲ ਜਾਂਦਾ ਹੈ, ਨਾਮ ਤੇ ਨਾਮੀ ਅਭੇਦ ਹੈ, ਨਾਮ ਫਿਰ ਸਿੱਖ ਨੂੰ ਨਾਮੀ ਵਿੱਚ ਹੀ ਅਭੇਦ ਕਰ ਦਿੰਦਾ ਹੈ। ਇਉਂ ਹਰੀ ਨਾਲ ਮੇਲਾ ਹੋ ਜਾਂਦਾ, ਫਿਰ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਰਮਾਇਆ, ਇਹ ਗੁਰੂ ਸਾਹਿਬ ਨੂੰ ਮਿਲਣ ਦਾ ਸੁਭਾਗ ਸਮਾਂ ਏ। ਧਨ ਹੈ ਉਹ ਘੜੀ, ਧਨ ਹੈ ਉਹ ਮੂਰਤ, ਤੇ ਧਨ ਹੈ ਸਾਧ ਸੰਗਤ ਜੀ ਉਹ ਚਸਾ ਨਿਮਖ, ਤੇ ਉਹ ਘੜੀਆਂ ਉਹ ਦਿਨ ਜਦੋਂ ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਹੋ ਜਾਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਘੜੀ ਤੋਂ ਕਿੰਨੇ ਆਪ ਬਲਹਾਰ ਜਾਂਦੇ ਐ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਆਪ ਨੇ ਦਰਸ਼ਨ ਕੀਤਾ ਏ। ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਗੁਰਸਿੱਖੋ ਭਲੇ ਦਿਨ ਮੈਂ ਉਹ ਦਿਨ ਮਹਾਰਾਜ ਨੇ ਕਹੇ ਐ ਜਦੋਂ ਮਨ ਬੇਮੁਖ ਹੋਇਆ ਰਹੇ, ਕੁਸੰਗਤ ਵਿੱਚ ਜੀਵ ਫਸਿਆ ਰਹੇ, ਮਾੜੇ ਖਿਆਲ ਆਉਂਦੇ ਰਹਿਣ। ਇਹ ਸਾਧ ਸੰਗਤ ਜੀ ਭਲੇ ਦਿਨ ਨਹੀਂ, ਚੰਗੇ ਦਿਨ ਨਹੀਂ ਜਾਣੋ। ਬੁਰੇ ਦਿਨ ਆ ਗਏ ਕਿ ਚੰਗੀ ਵਿਚਾਰ ਹੀ ਨਹੀਂ ਫੁਰਦੀ, ਚੰਗਾ ਕਰਮ ਹੀ ਨਹੀਂ ਹੁੰਦਾ, ਸੰਗਤ ਹੀ ਨਹੀਂ ਕਰ ਪਾਉਂਦਾ, ਜਾਣੋ ਬੁਰੇ ਦਿਨ ਆ ਗਏ। ਭਲੇ ਦਿਨ ਕਦੋਂ ਆਉਂਦੇ ਐ? ਮਹਾਰਾਜ ਨੇ ਕਿਹਾ ਜਦੋਂ ਗੁਰੂ ਸਾਹਿਬ ਦਾ ਦਰਸ਼ਨ ਹੋਵੇ, ਸੰਗਤ ਪ੍ਰਾਪਤ ਹੋਵੇ, ਨਾਮ ਦਾ ਰਸ ਆਉਣ ਲੱਗ ਜਾਵੇ, ਅੰਮ੍ਰਿਤ ਵੇਲੇ ਉੱਠਣ ਨੂੰ ਜੀ ਕਰੇ, ਤੇ ਸੰਗਤ ਵਿੱਚ ਆ ਕਰਕੇ ਕਥਾ ਕੀਰਤਨ ਵਿੱਚ ਮਨ ਟਿਕਿਆ ਰਹੇ, ਸੇਵਾ ਕਰਨ ਨੂੰ ਮਨ ਬਹੁਤ ਜ਼ਿਆਦਾ ਉਤਸ਼ਾਹਤ ਹੋਵੇ। ਇਹ ਫਿਰ ਮਹਾਰਾਜ ਨੇ ਕਿਹਾ ਉਹ ਦਿਨ ਗੁਰੂ ਨਾਨਕ ਸਾਹਿਬ ਨੇ ਆਖਿਆ, ਗੁਰਸਿੱਖੋ ਜਦੋਂ ਗੁਰੂ ਸਾਹਿਬ ਨਾਲ ਮੇਲਾ ਹੁੰਦਾ ਹੈ, ਜਦੋਂ ਗੁਰੂ ਜੀ ਨਾਲ ਮਿਲਾਪ ਹੋਵੇ, ਤੇ ਸਮਝ ਲਓ ਫਿਰ ਹਰ ਮੇਲਾ ਹੋਈ। ਹਰੀ ਦਾ ਮੇਲਾ ਮਹਾਰਾਜ ਕਰਾ ਹੀ ਦੇਣਗੇ ਫਿਰ, ਕਿਉਂਕਿ ਹਰੀ ਦਾ ਪ੍ਰਤੱਖ ਸਰੂਪ ਆਪ ਹਨ ਗੁਰੂ ਮਹਾਰਾਜ। ਸਰਗੁਣ ਸਰੂਪ ਪਰਮੇਸ਼ਰ ਨੇ ਆਪਣਾ ਧਾਰਿਆ ਹੈ, ਗੁਰੂ ਰੂਪ ਹੋ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅਵਤਰੇ ਹੈ। ਤੋ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਨਾਲ ਮੇਲਾ ਹੋਵੇ ਉਹ ਭਲੇ ਦਿਨ ਨੇ, ਤੇ ਫਿਰ ਹਰੀ ਨਾਲ ਮਿਲਾਪ ਗੁਰੂ ਸਾਹਿਬ ਜੀ ਕਰਾ ਦਿੰਦੇ ਆ। ਆਪੇ ਮੇਲ ਮਿਲਾਵੈ ਸੋਏ। ਮਹਾਰਾਜ ਗੁਰੂ ਸਾਹਿਬ ਜੀ ਨਾਲ ਮਿਲਾਪ ਕੌਣ ਕਰਾਉਂਦਾ ਹੈ? ਵੇਖੋ ਸੱਚੇ ਪਾਤਸ਼ਾਹ ਜੀ ਇੰਨੀ ਹੰਗਤਾ ਵੀ ਨਹੀਂ ਸਿੱਖਾਂ ਅੰਦਰ ਰਹਿਣ ਦੇਣੀ ਚਾਹੁੰਦੇ ਕਿ ਸਿੱਖ ਕਹੇ ਕਿ ਮੈਂ ਆਪ ਗੁਰੂ ਸਾਹਿਬ ਕੋਲ ਚੱਲ ਕਰਕੇ ਆਇਆ ਹਾਂ। ਮਹਾਰਾਜ ਜੀ ਨੇ ਫਰਮਾਇਆ ਹੈ ਆਪੇ ਮਿਲਹਿ, ਫਿਰ ਪੜ੍ਹ ਦਿਓ ਆਪੇ ਮੇਲ ਮਿਲਾਵਾ ਸੋਏ। ਗੁਰੂ ਜੀ ਦੇ ਮੇਲ ਵਿੱਚ ਵੀ ਆਪ ਹੀ ਸੋਈ ਉਹ ਪਰਮੇਸ਼ਰ ਮਿਲਾਉਂਦਾ ਹੈ। ਜਦੋਂ ਨਿਰੰਕਾਰ ਪ੍ਰੇਰਦੇ ਆ ਨਾ ਤੇ ਸਾਧ ਸੰਗਤ ਜੀ ਫਿਰ ਕੋਈ ਨਾ ਕੋਈ ਜੀਵ ਦੇ ਸਾਹਮਣੇ ਇਹੋ ਜੀਆਂ ਜਿਹੜੀਆਂ ਹਨ ਕੁਦਰਤੀ ਚੀਜ਼ਾਂ ਵਰਤਦੀਆਂ ਨੇ, ਜਿਮਨਾਂ ਵੱਲ ਵੇਖ ਵੇਖ ਕਰਕੇ ਜੀਵ ਦਾ ਮਨ ਸੰਸਾਰ ਵੱਲੋਂ ਉਪਰਾਮ ਹੁੰਦਾ ਹੈ। ਭਾਵੇਂ ਕਿ ਗੁਰੂ ਜੀ ਦੀ ਸ਼ਰਨ ਵਿੱਚ ਨਹੀਂ ਆਇਆ ਹੁੰਦਾ, ਪਰ ਬਹਾਨੇ ਬਣਨ ਲੱਗ ਪੈਂਦੇ ਮਹਾਰਾਜ ਦੀ ਸ਼ਰਨ ਚ ਆਉਣ ਦੇ। ਸੰਸਾਰ ਦੇ ਅੰਦਰ ਦੁੱਖ ਲੱਗਣ ਲੱਗ ਪੈਂਦਾ ਹੈ, ਚਾਹੇ ਕਿ ਦੁੱਖਾਂ ਦਾ ਡਰਿਆ ਹੀ ਗੁਰੂ ਸਾਹਿਬ ਦੀ ਸ਼ਰਨ ਚ ਆਇਆ ਹੈ, ਦੁੱਖਾਂ ਦੀ ਨਿਵਰਤੀ ਵਾਸਤੇ ਆਇਆ ਹੈ, ਪਰ ਆ ਸੱਚੇ ਸਾਹਿਬ ਦੀ ਸ਼ਰਨ ਚ ਗਿਆ ਨਾ ਫਿਰ
ਮਹਾਰਾਜ ਸਾਹਿਬ ਜੀ ਦੀ ਸ਼ਰਨ ਐਸੀ ਹੈ, ਚਾਹੇ ਕਿਸੇ ਕਾਰਨ ਕਰਕੇ ਕੋਈ ਆ ਜਾਵੇ, ਹਜੂਰ ਉਹਨੂੰ ਸਦਗਤੀ ਪ੍ਰਦਾਨ ਕਰਦੇ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਸੋਈ ਜੋ ਉਹ ਪਰਮੇਸ਼ਰ ਹੈ ਆਪ ਵਾਹਿਗੁਰੂ, ਉਹ ਹੀ ਗੁਰੂ ਸਾਹਿਬ ਦੇ ਮੇਲ ਵਿੱਚ ਸਿੱਖੋ ਆਪ ਹੀ ਮਿਲਾਉਂਦਾ ਹੈ, ਆਪ ਹੀ ਪ੍ਰੇਰਨਾ ਕਰਦਾ। ਮੇਰਾ ਵਾਹਿਗੁਰੂ ਨਿਰੰਕਾਰ ਤੇ ਗੁਰੂ ਸਾਹਿਬ ਜੀ ਦਾ ਮੇਲਾ ਹੁੰਦਾ, ਦਰਸ਼ਨ ਹੁੰਦਾ ਏ। ਮੇਰਾ ਪ੍ਰਭ ਸਭ ਵਿਧ ਆਪੇ ਜਾਣੈ। ਇਹ ਜੀਵ ਦੀਆਂ ਜਿਹੜੀਆਂ ਵਿਧੀਆਂ ਹਨ ਨਾ ਮੁਕਤ ਹੋਣ ਦੀਆਂ, ਉਹ ਸਾਰੀਆਂ ਵਿਧੀਆਂ ਮੇਰਾ ਵਾਹਿਗੁਰੂ ਆਪੇ ਹੀ ਜਾਣਦਾ ਕਿ ਕਿਸ ਤਰੀਕੇ ਨਾਲ ਮੁਕਤ ਹੋਣਾ ਹੈ। ਕਿਉਂਕਿ ਸਾਧ ਸੰਗਤ ਜੀ ਜਿਹੜੇ ਸਿਆਣੇ ਹੁੰਦੇ ਆ ਉਹ ਤਰੀਕੇ ਹੀ ਦੱਸਦੇ ਆ ਨਾ ਕਿ ਆਹ ਤਰੀਕਾ ਤੂੰ ਅਪਣਾ ਤੇ ਫਿਰ ਤੈਨੂੰ ਮੰਜ਼ਿਲ ਮਿਲੇਗੀ। ਪਰ ਇਹ ਜਿਹੜਾ ਜੀਵ ਹੈ ਨਾ, ਇਹਨੂੰ ਆਪੂ ਤਾਂ ਪਤਾ ਨਹੀਂ, ਪਰ ਉਹ ਨਿਰੰਕਾਰ ਤਾਂ ਜਾਣਦੇ ਆ ਨਾ ਵਾਹਿਗੁਰੂ ਜੀ ਕਿ ਕਿਸ ਤਰੀਕੇ ਨਾਲ ਮੁਕਤ ਹੋਣਾ ਹੈ। ਇਸ ਕਰਕੇ ਉਹੋ ਜਿਹੀਆਂ ਸਾਰੀਆਂ ਘਟਨਾਵਾਂ ਘਟਦੀਆਂ, ਉਹੋ ਜਿਹੀ ਸਭ ਕੁਝ ਜਿਹੜੇ ਆ ਘਟਨਾਕ੍ਰਮ ਵਾਪਰਦੇ ਆ ਤੇ ਜੀਵ ਫਿਰ ਆਪਣੇ ਆਪ ਹੀ ਸਤਸੰਗਤ ਦੀ ਸ਼ਰਨ ਵਿੱਚ ਚਲਾ ਆਉਂਦਾ ਹੈ, ਗੁਰੂ ਜੀ ਦੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ। ਮਹਾਰਾਜ ਨੇ ਕਿਹਾ ਕਿ ਇਹਦੇ ਮੁਕਤ ਹੋਣ ਦੀਆਂ ਸਾਰੀਆਂ ਵਿਧੀਆਂ ਭਾਈ ਵਾਹਿਗੁਰੂ ਆਪੇ ਹੀ ਜਾਣਦੇ ਆ ਕਿ ਇਸ ਨੇ ਕਦੋਂ ਕਿਸ ਵੇਲੇ ਮੁਕਤ ਹੋਣਾ ਹੈ। ਜਿਵੇਂ ਮਹਾਰਾਜ ਜੀ ਨੇ ਆਖਿਆ ਸੀ ਕਿ ਉਹ ਲਿਖਿਆ ਹੀ ਗਿਆ ਹੈ ਉਹ ਵੀ ਵਕਤ ਜਦੋਂ ਜੀਵ ਨੂੰ ਗਿਆਨ ਦੀ ਦਾਤ ਪ੍ਰਾਪਤ ਹੋ ਜਾਣੀ ਹੈ। ਤੇ ਸੱਚੇ ਪਾਤਸ਼ਾਹ ਜੀ ਦੀ ਪ੍ਰੇਰਨਾ ਨੂੰ ਪਾ ਕਰਕੇ ਜਿਹੜੇ ਸਾਧ ਸੰਗਤ ਜੀ ਫਿਰ ਬੰਦਗੀ ਕਰਨ ਲੱਗ ਜਾਂਦੇ ਆ, ਨਾਮ ਮਿੱਠਾ ਲੱਗਦਾ ਹੈ, ਉਹਨਾਂ ਨੂੰ ਇਹ ਵਿਧੀ ਵੀ ਤਾਂ ਨਿਰੰਕਾਰ ਨਹੀਂ ਦਿੱਤੀ ਹੈ ਨਾ। ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣ ਕਰਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਜੁਗਤ ਲੱਭ ਗਈ ਹੈ। ਭਾਵੇਂ ਕਿ ਦਿਮਾਗ ਕਰਕੇ ਬੁੱਧੀ ਕਰਕੇ ਪਤਾ ਹੁੰਦਾ ਹੈ, ਪਰ ਉਸ ਪਤੇ ਨੂੰ ਕੀ ਕਰਨਾ ਜੇ ਵਰਤੇ ਹੀ ਨਹੀਂ। ਪੈਸੇ ਕੋਲ ਹੈਗੇ ਐ ਪਰ ਉਹ ਕੀ ਉਹਨਾਂ ਦਾ ਲਾਭ ਹੈ ਜੇ ਵਰਤੇ ਹੀ ਨਹੀਂ। ਇਵੇਂ ਹੀ ਚੜ੍ਹਾਈ ਕਰ ਗਿਆ, ਉਹ ਤਾਂ ਗੰਢਾਂ ਦੀਆਂ ਗੰਢਾਂ ਪਈਆਂ ਹੀ ਰਹਿ ਗਈਆਂ ਨਾ। ਗਿਆਨ ਵੀ ਉਹੋ ਹੀ ਕੰਮ ਕਰਦਾ ਜਿਸ ਗਿਆਨ ਨੂੰ ਤੁਸੀਂ ਆਪਣੇ ਆਪ ਤੇ ਟਿਕਾਉਂਦੇ ਹੋ, ਆਪਣੇ ਆਪ ਤੇ ਵਰਤਦੇ ਹੋ। ਜੇ ਕਹੋ ਹਾਂ ਪਤਾ ਤੇ ਹੈ ਅੰਮ੍ਰਿਤ ਵੇਲੇ ਉੱਠਣ ਦਾ ਲਾਭ ਬੜਾ ਹੈ, ਪਰ ਉੱਠੀਏ ਹੀ ਨਾ। ਪਤਾ ਤਾਂ ਹੈ ਬਾਣੀ ਪੜਨ ਦਾ ਸੁੱਖ ਬੜਾ ਹੈ, ਪਰ ਪੜੀਏ ਹੀ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਵਿਧੀ ਵੀ ਪਤਾ ਲੱਗਣੀ ਨਾ, ਤੇ ਇਸ ਵਿਧੀ ਪੂਰਵਕ ਆਪਣੇ ਜੀਵਨ ਨੂੰ ਢਾਲ ਲੈਣਾ, ਇਹ ਵੀ ਵਾਹਿਗੁਰੂ ਆਪ ਹੀ ਜਾਣਦੇ ਕਿ ਇਹਦੀ ਮੁਕਤ ਕਿਵੇਂ ਹੋਣੀ ਹੈ। ਪਰਮੇਸ਼ਰ ਨੂੰ ਹੀ ਸਭ ਵਿਧੀਆਂ ਪਤਾ ਨੇ, ਨਹੀਂ ਤੇ ਅੱਜ ਲੋਕ ਵਿਧੀਆਂ ਹੀ ਪੁੱਛਦੇ ਫਿਰਦੇ ਆ ਸ਼ਾਂਤੀ ਦੀਆਂ, ਨਾਮ ਜਪਣ ਦੀਆਂ, ਤੇ ਇਹ ਵਿਧੀਆਂ ਵੀ ਸਾਰੀਆਂ ਵਾਹਿਗੁਰੂ ਆਪ ਹੀ ਜਾਣਦੇ ਆ। ਤੋ ਫਿਰ ਪੜ੍ਹ ਦਿਓ, ਮੇਰਾ ਪ੍ਰਭ ਸਭ ਵਿਧ ਆਪੇ ਜਾਣੈ। ਸਭ ਵਿਧੀਆਂ ਨੂੰ ਮੇਰਾ ਪ੍ਰਭੂ ਵਾਹਿਗੁਰੂ ਆਪ ਜਾਣਦਾ ਹੈ ਕਿ ਜੀਵ ਦੀ ਕਲਿਆਣ ਕਿਸ ਵਿਧੀ ਨਾਲ ਹੋਵੇਗੀ। ਹੁਕਮੇ ਮੇਲੇ ਸ਼ਬਦ ਪਛਾਣੈ। ਜਦੋਂ ਉਪਦੇਸ਼ ਨੂੰ, ਸ਼ਬਦ ਉਪਦੇਸ਼ ਨੂੰ ਪਛਾਣਦਾ ਹੈ ਨਾ, ਗੁਰੂ ਜੀ ਦੇ ਉਪਦੇਸ਼ ਨੂੰ ਸੁਣਦਾ ਹੈ ਤੇ ਉਪਦੇਸ਼ ਦੀ ਪਛਾਣ ਕਰਦਾ ਹੈ, ਮਹਾਰਾਜ ਕਹਿੰਦੇ ਉਦੋਂ ਮੇਰਾ ਵਾਹਿਗੁਰੂ ਫਿਰ ਹੁਕਮ ਦੁਆਰਾ ਇਹਨੂੰ ਆਪਣੇ ਆਪ ਵਿੱਚ ਮੇਲ ਲੈਂਦਾ ਹੈ। ਪਰਮੇਸ਼ਰ ਦਾ ਸਪਰਸ਼ ਉਦੋਂ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਹੀ ਹੁਕਮੇ ਮੇਲੇ ਸ਼ਬਦ ਪਛਾਣੈ। ਜਦੋਂ ਮਹਾਰਾਜ ਆਪਣੇ ਹੁਕਮ ਵਿੱਚ ਮੇਲਦੇ ਆ ਨਾ, ਉਦੋਂ ਸ਼ਬਦ ਬ੍ਰਹਮ ਨੂੰ ਪਛਾਣ ਲੈਂਦਾ। ਫਿਰ ਇਹਨੂੰ ਬ੍ਰਹਮ ਦੀ ਸੋਝੀ ਹੋ ਆਉਂਦੀ ਹੈ ਜਦੋਂ ਮਹਾਰਾਜ ਸਾਹਿਬ ਜੀ ਆਪਣਾ ਹੁਕਮ ਇਸ ਨੂੰ ਸਮਝਾਉਂਦੇ ਆ, ਹੁਕਮ ਵਿੱਚ ਮੇਲਦੇ ਆ। ਸਤਿਗੁਰ ਕੈ ਭੈ ਭ੍ਰਮ ਭਉ ਜਾਏ। ਸਤਿਗੁਰੂ ਜੀ ਦਾ ਜਦੋਂ ਭੈ ਪੈਂਦਾ ਨਾ, ਕਿ ਗੁਰੂ ਸਾਹਿਬ ਜੀ ਦਾ ਡਰ ਅੰਦਰ ਪੈ ਜਾਣਾ ਕਿ ਗੁਰੂ ਸਾਹਿਬ ਜੀ ਮੈਨੂੰ ਕੀ ਕਹਿਣਗੇ। ਵੇਖੋ ਸਤਿਗੁਰੂ ਜੀ ਦਾ ਭਾਵੇਂ ਗੋਇੰਦਵਾਲ ਸਾਹਿਬ ਹੀ ਸਤਿਗੁਰੂ ਵਸਦੇ ਆ, ਜਿੱਥੇ ਜਿੱਥੇ ਸਿੱਖ ਮਹਾਰਾਜ ਸਾਹਿਬ ਜੀ ਦੇ ਵਿਚਰਦੇ ਆ, ਉਹ ਗੁਰੂ ਸਾਹਿਬ ਨੂੰ ਅੰਗ ਸੰਗ ਜਾਣਦੇ, ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਸਮਝਦੇ ਆ, ਭੈ ਕਰਦੇ ਆ। ਜਦੋਂ ਫਿਰ ਸਤਿਗੁਰੂ ਜੀ ਦਾ ਭੈ ਵਸਦਾ ਹੈ, ਅੰਦਰੋਂ ਭਰਮ ਨਾਸ਼ ਹੋ ਜਾਂਦਾ। ਹੋਰ ਜਿੰਨੇ ਵੀ ਡਰ ਅੰਦਰ ਪਏ ਹੋਏ ਆ, ਉਹ ਵੀ ਸਾਰੇ ਡਰ ਜਿਹੜੇ ਆ ਖਤਮ ਹੋ ਜਾਂਦੇ ਆ, ਸਮਾਪਤ ਹੋ ਜਾਂਦੇ ਆ। ਗੁਰੂ ਸਾਹਿਬ ਜੀ ਦਾ ਡਰ ਹਿਰਦੇ ਵਿੱਚ ਧਾਰਨ ਕਰਨ ਨਾਲ ਭੈ ਰਾਚੈ ਸਚ ਰੰਗ ਸਮਾਏ। ਜਦੋਂ ਸਤਿਗੁਰੂ ਜੀ ਦੇ ਭੈ ਵਿੱਚ ਰਚ ਜਾਂਦਾ ਹੈ ਨਾ, ਤੇ ਫਿਰ ਸਾਧ ਸੰਗਤ ਜੀ
ਇਹਨੂੰ ਸੱਚੇ ਨਾਮ ਦਾ ਰੰਗ ਆਨੰਦ ਇਹੋ ਜਿਹਾ ਚੜ੍ਹਦਾ ਕਿ ਨਾਮ ਵਿੱਚ ਹੀ ਸਮਾ ਜਾਂਦਾ ਹੈ, ਅਭੇਦ ਹੀ ਹੋ ਜਾਂਦਾ ਮਹਾਰਾਜ ਜੀ ਦੇ ਨਾਮ ਦੇ ਅੰਦਰ। ਇਹ ਸਤਿਗੁਰੂ ਜੀ ਦਾ ਭੈ ਇੰਨਾ ਨਿਰਮਲ ਹੈ, ਇੰਨਾ ਪਵਿੱਤਰ ਹੈ। ਭਰਮ ਨਾਸ਼ ਹੁੰਦਾ ਜੇ ਗੁਰੂ ਸਾਹਿਬ ਨੂੰ ਕੋਲ ਜਾਣੀਏ ਹਰ ਵੇਲੇ। ਭਰਮ ਕਿਵੇਂ ਆ ਜਾਏਗਾ? ਫਿਰ ਮਨ ਦੇ ਅੰਦਰ ਭਰਮ ਰਹਿੰਦਾ ਹੀ ਨਹੀਂ। ਜੇ ਸਤਿਗੁਰੂ ਜੀ ਨੂੰ ਅੰਗ ਸੰਗ ਸਮਝ ਲਈਏ ਤੇ ਫਿਰ ਡਰ ਵੀ ਸਾਰੇ ਜਿੰਨੇ ਉਹ ਸਾਰੇ ਨਾਸ਼ ਹੋ ਜਾਂਦੇ ਆ। ਮੌਤ ਦਾ ਡਰ ਵਿਆਪਦਾ ਰਹਿੰਦਾ ਜੀਵ ਨੂੰ, ਉਹ ਵੀ ਨਾਸ਼ ਹੋ ਜਾਂਦਾ ਹੈ। ਤੇ ਫਿਰ ਜਦੋਂ ਵਾਹਿਗੁਰੂ ਦੇ ਭੈ ਵਿੱਚ ਰਚ ਜਾਂਦਾ ਹੈ ਨਾ, ਗੁਰੂ ਸਾਹਿਬ ਦੇ ਭੈ ਵਿੱਚ ਸਮਾ ਜਾਂਦਾ ਹੈ, ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਫਿਰ ਸੱਚ ਸਰੂਪ ਦੇ ਅੰਦਰ ਹੀ ਸਾਧ ਸੰਗਤ ਜੀ ਅਭੇਦ ਹੋ ਜਾਂਦਾ ਹੈ। ਇਹੋ ਜਿਹਾ ਰੰਗ ਆਨੰਦ ਲੱਗਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਗੁਰ ਮਿਲਿਆ ਹਰ ਮਨ ਵਸੈ ਸੁਪਾਏ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਾਨੂੰ ਕੋਈ ਯਤਨ ਵੀ ਕਰਨਾ ਪੈਂਦਾ ਹੈ ਜਦੋਂ ਪਰਮੇਸ਼ਰ ਨਾਲ ਮਿਲਣ ਵਾਸਤੇ। ਫਿਰ ਮਹਾਰਾਜ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੇ ਪ੍ਰੀਤ ਕਰੀਏ ਨਾ ਤੇ ਫਿਰ ਕੀ ਕਲਾ ਵਰਤਦੀ ਹੈ। ਸਤਿਗੁਰੂ ਕਹਿੰਦੇ ਨੇ ਗੁਰ ਮਿਲਿਆ ਹਰ ਮਨ ਵਸੈ ਸੁਭਾਏ। ਸੁਤੇ ਹੀ ਮਹਾਰਾਜ ਕਹਿੰਦੇ ਵਾਹਿਗੁਰੂ ਅੰਦਰ ਵਸਣ ਲੱਗ ਪੈਂਦੇ ਐ ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਪ੍ਰੀਤ ਕਰੀਏ ਤਾਂ। ਮਹਾਰਾਜ ਜੀ ਦੇ ਨਾਲ ਪ੍ਰੇਮ ਕਰੀਏ ਤੇ ਸੁਤੇ ਸਿੱਧ ਹੀ ਅੰਦਰ ਵਾਹਿਗੁਰੂ ਆ ਕਰਕੇ ਵਸ ਜਾਂਦੇ ਐ। ਗੁਰ ਮਿਲਿਆ, ਜੋ ਗੁਰੂ ਸਾਹਿਬ ਨਾਲ ਮਿਲੇ ਰਹੀਏ ਨਾ ਤੇ ਫਿਰ ਸਾਧ ਸੰਗਤ ਜੀ ਸੋ ਭਾਏ ਸ੍ਰੇਸ਼ਟ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਹਰੀ ਵਿੱਚ ਮਹਾਰਾਜ ਕਹਿੰਦੇ ਅਭੇਦ ਹੋ ਜਾਈਦਾ। ਉਸ ਸ੍ਰੇਸ਼ਟ ਪ੍ਰੇਮ ਦੀ ਰੀਤ ਨਾਲ ਹਰੀ ਮਨ ਵਿੱਚ ਵਾਹਿਗੁਰੂ ਵਸ ਜਾਂਦਾ ਏ। ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਹਜੂਰ ਕਹਿੰਦੇ ਗੁਰਸਿੱਖੋ ਮੇਰਾ ਪ੍ਰਭੂ ਜਿਹੜਾ ਨਾ ਉਹ ਸਭ ਦਾ ਅਧਿਸ਼ਠਾਨ ਰੂਪ ਹੈ। ਉਹ ਇੰਨਾ ਭਾਰਾ ਹੈ ਕਿ ਉਹਨੂੰ ਤੋਲਿਆ ਨਹੀਂ ਜਾ ਸਕਦਾ ਹੈ ਬੁੱਧੀ ਕਰਕੇ, ਮਨ ਕਰਕੇ। ਮਹਾਰਾਜ ਕਹਿੰਦੇ ਉਹ ਏਡਾ ਭਾਰਾ ਹੈ ਕਿ ਕਿਸੇ ਦੀ ਵਿਚਾਰ ਵਿੱਚ ਵੀ ਪਕੜ ਵਿੱਚ ਨਹੀਂ ਆ ਸਕਦਾ ਹੈ। ਤੇ ਉਸ ਦੀ ਕੀਮਤ ਜਿਹੜੀ ਆ ਮਹਾਰਾਜ ਨੇ ਕਿਹਾ ਜੀਵ ਕੋਲੋਂ ਕਿਵੇਂ ਕਹੀ ਜਾ ਸਕਦੀ ਆ। ਸ਼ਬਦ ਸਾਲਾ ਹੈ ਅੰਤ ਨਾ ਪਾਰਾਵਾਰ। ਜੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਫਿਰ ਉਸ ਨੂੰ ਇਸ ਗੱਲ ਦੀ ਗਮਤਾ ਹੁੰਦੀ ਹੈ, ਪਤਾ ਲੱਗਦਾ ਹੈ ਕਿ ਪਰਮੇਸ਼ਰ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਹੈ। ਜਦੋਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੇ ਫਿਰ ਇਹ ਭੇਦ ਅੰਦਰ ਪਤਾ ਲੱਗਦਾ ਹੈ ਕਿ ਪਰਮੇਸ਼ਰ ਤਾਂ ਅਨੰਤ ਹੈ, ਬੇਅੰਤ ਹੈ। ਜਿਹਨੂੰ ਮੈਂ ਆਪਣੀ ਛੋਟੀ ਜੀ ਬੁੱਧੀ ਕਰਕੇ ਸਮਝਣ ਦੇ ਯਤਨ ਵਿੱਚ ਪਿਆ ਹੋਇਆ, ਉਹਨੂੰ ਤਾਂ ਬੁੱਧੀ ਕਰਕੇ ਜਾਣਿਆ ਨਹੀਂ ਜਾ ਸਕਦਾ ਹੈ। ਇਹ ਸ਼ਬਦ ਦੀ ਪ੍ਰੀਤ ਨਾਲ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਣ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਹਰੀ ਦਾ ਅੰਤ ਪਾਰਾਵਾਰ ਨਹੀਂ ਹੈ। ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਬਖਸ਼ਣਹਾਰ ਹੈ ਮੇਰਾ ਵਾਹਿਗੁਰੂ। ਜਦੋਂ ਆਪ ਹੀ ਜੀਆਂ ਦੇ ਗੁਨਾਹਾਂ ਦੇ ਤਾਈਂ ਬਖਸ਼ ਲੈਂਦਾ ਨਾ ਫਿਰ ਸਾਧ ਸੰਗਤ ਜੀ ਮੁਕਤ ਦੇ ਦਿੰਦਾ ਹੈ। ਮੇਰਾ ਵਾਹਿਗੁਰੂ ਆਪ ਹੀ ਮਹਾਰਾਜ ਕਹਿੰਦੇ ਪਾਪਾਂ ਦਾ ਬਖਸ਼ਣਹਾਰ ਹੈ, ਗੁਨਾਹਾਂ ਦਾ ਬਖਸ਼ਣਹਾਰ ਹੈ। ਬਖਸ਼ ਕਰਕੇ ਜੀਵ ਨੂੰ ਸੰਗਤ ਵਿੱਚ ਮੇਲ ਦਿੰਦਾ ਏ। ਗੁਰ ਮਿਲਿਆ ਸਭ ਮਤ ਬੁੱਧ ਹੋਏ। ਜਦੋਂ ਗੁਰੂ ਸਾਹਿਬ ਜੀ ਨਾਲ ਮੇਲਾ ਹੋਵੇ ਨਾ ਫਿਰ ਸਾਰੀ ਆਤਮ ਵਿਸ਼ੈਣੀ ਮਤ ਆ ਜਾਂਦੀ ਹੈ। ਫਿਰ ਸਾਧ ਸੰਗਤ ਜੀ ਬੁੱਧ ਪ੍ਰਾਪਤ ਹੋ ਜਾਂਦੀ ਹੈ ਵਿਵਹਾਰਕ। ਇੰਨੇ ਸਿੱਖ ਚਤਰ ਹੁੰਦੇ ਆ ਪਰ ਜਣਾਉਂਦੇ ਨਹੀਂ ਕਿਸੇ ਨੂੰ ਕਿ ਅਸੀਂ ਇੰਨੇ ਚਲਾਕ ਆ, ਇੰਨੀ ਸਾਨੂੰ ਸਾਰੀ ਸਮਝ ਵੈ। ਉਹ ਬਾਹਰੋਂ ਜਿਹੜਾ ਹੈ ਇਸ ਤਰ੍ਹਾਂ ਰਹਿੰਦੇ ਆ ਮਸਤੀ ਵਿੱਚ ਤੇ ਵੇਖਣ ਨੂੰ ਲੱਗਦਾ ਕਿ ਇਹਨਾਂ ਨੂੰ ਸ਼ਾਇਦ ਕੁਝ ਨਹੀਂ ਪਤਾ ਹੋਣਾ, ਪਰ ਸਭ ਪਤਾ ਹੁੰਦਾ ਹੈ ਉਹਨਾਂ ਨੂੰ, ਸਭ ਸੋਝੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਦੇ ਨਾਲ ਮਿਲਾਪ ਹੋਣੇ ਕਰਕੇ ਮਨ ਦੇ ਅੰਦਰ ਸਾਧ ਸੰਗਤ ਜੀ ਜਿਹੜਾ ਹੈ ਨਾ ਉਹ ਗਿਆਨ ਹੋ ਜਾਂਦਾ ਹੈ। ਤੇ ਜਦੋਂ ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਫਿਰ ਹਜੂਰ ਕਹਿੰਦੇ ਵਿਵਹਾਰਕ ਬੁੱਧ ਵੀ ਜਿਹੜੀ ਉਹ ਸਾਰੀ ਗੁਰੂ ਸਾਹਿਬ ਜੀ ਨਾਲ ਮਿਲਣੇ ਕਰਕੇ ਸਿੱਖੋ ਪ੍ਰਾਪਤ ਹੋ ਜਾਂਦੀ ਆ। ਮਨ ਨਿਰਮਲ ਵਸੈ ਸੱਚ ਸੋਏ। ਜਦੋਂ ਉਹ ਸੱਚਾ ਪਰਮੇਸ਼ਰ ਹੀ ਆ ਕਰਕੇ ਹਿਰਦੇ ਵਿੱਚ ਵਸ ਜਾਂਦਾ ਫਿਰ ਮਨ ਦੀਆਂ ਸਭ ਮੈਲਾਂ ਧੁੱਪ ਜਾਂਦੀਆਂ ਹਨ ਤੇ ਸੁੱਧ ਹੋ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਏ। ਸਾਚ ਵਸਿਆ ਸਾਚੇ ਸਭ ਕਾਰ। ਮਹਾਰਾਜ ਕਹਿੰਦੇ ਜਦੋਂ ਸੱਚਾ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ
ਤੇ ਉਹਨਾਂ ਦੀ ਜਿੰਨੀ ਵੀ ਕਾਰ ਹੁੰਦੀ ਹੈ ਨਾ ਉਹ ਸਾਰੀ ਸਫਲੀ ਹੁੰਦੀ ਹੈ। ਜੋ ਵੀ ਕੰਮ ਕਰਦੇ ਆ ਨਾ ਉਹ ਪਰਉਪਕਾਰ ਹਿਤ ਹੀ ਹੁੰਦਾ ਹੈ। ਜੋ ਵੀ ਕਾਰਜ ਕਰਦੇ ਆ ਜੀਆਂ ਦੇ ਭਲੇ ਲਈ ਹੁੰਦਾ ਹੈ। ਇਸੇ ਪ੍ਰਕਾਰ ਹੀ ਸਾਚ ਵਸਿਆ ਸਾਚੀ ਸਭ ਕਾਰ। ਜਦੋਂ ਸੱਚ ਹਿਰਦੇ ਵਿੱਚ ਵਸ ਗਿਆ ਉਹਨਾਂ ਨੂੰ ਫਿਰ ਸਾਹਮਣੇ ਪ੍ਰਤੱਖ ਹੋ ਜਾਂਦਾ ਹੈ ਕਿ ਸੱਚੇ ਦੀ ਕਾਰ ਹੈ ਸਾਰੀ। ਇਹ ਪਰਮੇਸ਼ਰ ਨੇ ਸਭ ਕੁਝ ਕੀਤਾ, ਹੋਰ ਕੌਣ ਹੈ ਕਰਨ ਵਾਲਾ। ਆਪਣੇ ਆਪ ਨੂੰ ਵੀ ਗਿਆਨ ਹੋਇਆ ਤੇ ਇਹ ਨਹੀਂ ਲੇਸ਼ ਮਾਤਰ ਵੀ ਹਉਮੈ ਹੁੰਦੀ ਕਿ ਮੈਨੂੰ ਆਪ ਮੈਂ ਪ੍ਰਾਪਤ ਕੀਤਾ ਹੈ ਗਿਆਨ। ਨਹੀਂ, ਕਹਿੰਦੇ ਸੱਚੇ ਦੀ ਕਾਰ ਹੀ ਹੈ। ਪਰਮੇਸ਼ਰ ਨੇ ਆਪ ਹੀ ਕਿਰਪਾ ਕਰ ਦਿੱਤੀ, ਗੁਰੂ ਰੂਪ ਹੋ ਕਰਕੇ ਸਭ ਅਗਿਆਨਤਾ ਦੇ ਪਰਦੇ ਲਾ ਦਿੱਤੇ। ਇਹ ਸਾਰੀ ਕੀਤੀ ਹੋਈ ਕਾਰ ਜਿਹੜੀ ਹੈ ਸੱਚੇ ਪਰਮੇਸ਼ਰ ਦੀ ਹੀ ਉਹਨਾਂ ਨੂੰ ਦਿਸ ਆਉਂਦੀ ਆ। ਉਤਮ ਕਰਨੇ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਕਰਕੇ ਉਹਨਾਂ ਦੀ ਕਰਨੀ ਸਭ ਤੋਂ ਉੱਤਮ ਹੁੰਦੀ ਹੈ। ਜੋ ਕੁਝ ਕਾਰਜ ਕਰਦੇ ਆ ਨਾ, ਪੜ੍ਹੇ ਲਿਖੇ ਬੜੀ ਵਿਦਿਆ ਜਿਨ੍ਹਾਂ ਨੇ ਇੰਜੀਨੀਅਰਿੰਗਾਂ ਕੀਤੀਆਂ, ਮੈਡੀਕਲ ਦੇ ਵਿੱਚ ਬੜੇ ਬੜੇ ਸਾਧ ਸੰਗਤ ਜੀ ਡਿਗਰੀਆਂ ਕੀਤੀਆਂ, ਪਰ ਉਹਨਾਂ ਦੀ ਉੱਤਮ ਕਰਨੀ ਨਹੀਂ ਹੁੰਦੀ। ਜਿਹਦੇ ਅੰਦਰ ਨਾਮ ਵਸ ਗਿਆ ਨਾ ਉਹਦੀ ਕਰਨੀ ਸਭ ਤੋਂ ਉੱਤਮ ਹੁੰਦੀ ਹੈ। ਕਿਉਂਕਿ ਉਹ ਸਾਧ ਸੰਗਤ ਜੀ ਨਿਰੰਕਾਰ ਦੀ ਪ੍ਰੇਰਣਾ ਨਾਲ ਕਾਰਜ ਕਰਦੇ ਹੈ। ਉਹਨਾਂ ਦੇ ਅੰਦਰ ਸੱਚੇ ਨਾਮ ਦਾ ਪ੍ਰਕਾਸ਼ ਹੈ। ਇਸ ਕਰਕੇ ਜੋ ਵੀ ਕਾਰਜ ਕਰਦੇ ਹੈ ਉਹਨਾਂ ਦਾ ਕਾਰਜ ਉੱਤਮ ਹੁੰਦਾ ਹੈ। ਹਜੂਰ ਫਰਮਾਉਂਦੇ ਹਨ, ਉਤਮ ਕਰਨੇ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਕਰੋ ਗੁਰਸਿੱਖੋ, ਇਹੀ ਉੱਤਮ ਕਰਨੀ ਹੈ। ਸਭ ਤੋਂ ਉੱਤਮ ਕਰਨੀ ਕਿਹੜੀ ਹੈ? ਵਾਹਿਗੁਰੂ ਦਾ ਨਾਮ ਜਪਣਾ। ਇਹੀ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕਰਮ ਹੈ। ਗੁਰ ਤੇ ਸਾਚੇ ਸੇਵਾ ਹੋਏ। ਜਿਹੜੀ ਸੱਚੀ ਸੇਵਾ ਹੈ ਨਾ ਇਹ ਤਾਂ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੀ ਸੇਵਾ ਕੀ ਸੌਂਪਦੇ ਐ ਸਾਧ ਸੰਗਤ ਜੀ? ਇੱਕ ਤਾਂ ਭਜਨ ਵਿੱਚ ਸੁਰਤ ਜੋੜਨ ਨੂੰ ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ। ਫਿਰ ਲੋੜਵੰਦਾਂ ਨੂੰ ਗੁਰੂ ਘਰ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ ਹੈ। ਉੱਥੇ ਗੁਰਸਿੱਖ ਲੰਗਰ ਵਿੱਚ ਸੇਵਾ ਕਰਦੇ ਐ। ਹੋਰ ਬੇਅੰਤ ਸੇਵਾਵਾਂ ਹਨ। ਇਹ ਸੱਚੀ ਸੇਵਾ ਹੈ ਕਿ ਅਰਥੀ ਦੀ ਸੇਵਾ ਕਰਨੀ, ਲੋੜਵੰਦ ਦੀ ਸੇਵਾ ਕਰਨੀ। ਇਹ ਤਾਂ ਗੁਰੂ ਸਾਹਿਬ ਨੇ ਸੋਮੇ ਲਾਏ ਆ ਸੱਚੇ ਪਾਤਸ਼ਾਹ ਜੀ ਨੇ ਕਿ ਨਿਰਸਵਾਰਥ ਮਹਾਰਾਜ ਦੇ ਸਿੱਖ ਸੇਵਾ ਕਰਦੇ ਐ। ਸਤਿਗੁਰੂ ਜੀ ਕਹਿੰਦੇ ਨੇ ਭਾਵ ਭਗਤੀ ਦੀ ਜਿਹੜੀ ਸੇਵਾ ਹੈ ਸੱਚੀ ਸੇਵਾ, ਇਹ ਤਾਂ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਹੁੰਦੀ ਆ। ਗੁਰਮੁਖ ਨਾਮ ਪਛਾਣੈ ਕੋਏ। ਕੋਈ ਮਹਾਰਾਜ ਨੇ ਕਿਹਾ ਕਿ ਮੁਖੀ ਗੁਰੂ ਜੀ ਤੋਂ ਨਾਮ ਦੀ ਪਹਿਚਾਣ ਫਿਰ ਕਰ ਲੈਂਦਾ ਹੈ ਕਿ ਸਤਿਗੁਰੂ ਜੀ ਦੇ ਘਰ ਤਾਂ ਨਾਮ ਦੀਆਂ ਦਾਤਾਂ ਵੰਡੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਜੀ ਤੋਂ ਫਿਰ ਉਹ ਨਾਮ ਦੀ ਦਾਤ ਪ੍ਰਾਪਤ ਕਰਦੇ ਆ, ਗੁਰਮੁਖ ਬਣ ਜਾਂਦੇ ਆ। ਜੀਵੈ ਦਾਤਾ ਦੇਵਨਹਾਰ। ਉਹ ਫਿਰ ਜਿਵੇਂ ਗਰੀਬ ਕੁਛ ਦੇ ਤਾਂ ਨਹੀਂ ਸਕਦਾ ਨਾ, ਤੇ ਫਿਰ ਉਹ ਜਦੋਂ ਕੋਈ ਗਰੀਬ ਨੂੰ ਦਾਤ ਦਿੰਦਾ ਹੈ ਤੇ ਗਰੀਬ ਅੱਗੋਂ ਅਸੀਸ ਦਿੰਦਾ ਹੈ ਕਿ ਮਹਾਰਾਜ ਤੁਸੀਂ ਸਦਾ ਜਿਉਂਦੇ ਰਹੋ, ਤੁਸੀਂ ਸਦਾ ਜਿਉਂਦੇ ਰਹੋ। ਭਾਵੇਂ ਕਿ ਉਹ ਤਾਂ ਗਰੀਬ ਦੀ ਕੇਵਲ ਅਸੀਸ ਹੀ ਹੈ ਨਾ, ਦੁਆ ਹੀ ਹੈ ਨਾ ਮੁਖ ਤੋਂ ਨਿਕਲੀ ਹੋਈ। ਇਵੇਂ ਜਦੋਂ ਸਿੱਖ ਮਹਾਰਾਜ ਕੋਲੋਂ ਨਾਮ ਦਾ ਪ੍ਰਸਾਦ ਲੈ ਕਰਕੇ ਨਿਹਾਲ ਹੁੰਦੇ ਐ ਤੇ ਕੀ ਕਹਿੰਦੇ ਆ? ਦੁਆਵਾਂ ਦਿੰਦੇ ਆ ਸਿੱਖ ਗੁਰੂ ਸਾਹਿਬ ਜੀ ਨੂੰ। ਨਾਨਕ ਜੀਵੈ ਜੀਵੈ ਦਾਤਾ ਦੇਵਨਹਾਰ। ਕਿ ਦੇਣਹਾਰ ਨਾਮ ਦੀ ਦਾਤ ਦੇ ਦੇਣ ਵਾਲੇ ਗੁਰੂ ਮਹਾਰਾਜ ਸਾਹਿਬ ਜੀ, ਹੇ ਗੁਰੂ ਨਾਨਕ ਸਾਹਿਬ ਆਪ ਸਦਾ ਹੀ ਜਿਉਂਦੇ ਰਹੋ ਮਹਾਰਾਜ। ਇਹ ਸਿੱਖ ਭਾਵਨਾ ਨਾਲ ਪ੍ਰੀਤ ਨਾਲ ਕਹਿੰਦੇ ਆ। ਇਸੇ ਪ੍ਰਕਾਰ ਹੀ ਜੀਵੈ ਦਾਤਾ ਦੇਵਨਹਾਰ। ਇਹ ਨਾਮ ਦੀ ਦਾਤਾਂ ਦੇ ਦੇਣਹਾਰ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਸਾਹਿਬ ਜੀ ਹਨ ਤੇ ਚੌਹਾਂ ਯੁੱਗਾਂ ਵਿੱਚ ਸਤਿਗੁਰੂ ਜੀ ਜਿਉਂਦੇ ਐ, ਸਦਾ ਮਹਾਰਾਜ ਜੀ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਆਪ ਬਾਣੀ ਕਹਿੰਦੀ ਹੈ ਕਿ ਸਤਿਗੁਰ ਮੇਰਾ ਸਦਾ 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 ਹੀ ਰਹਿਣ ਵਾਲੇ ਹਨ ਸਤਿਗੁਰੂ ਜੀ, ਨਾ ਆਵੈ ਨਾ ਜਾਏ। ਉਹ ਆਉਂਦੇ ਜਾਂਦੇ ਨਹੀਂ, ਭਾਵ ਜੰਮਦੇ ਮਰਦੇ ਨਹੀਂ। ਕਿਉਂ? ਉਹ ਅਬਿਨਾਸੀ ਪੁਰਖ ਹੈ, ਉਹ ਅਬਿਨਾਸੀ ਪੁਰਖ ਹਨ। ਸਭ ਮੈਂ ਰਹਾ ਸਮਾਇਓ ਤਾਂ ਸਭ ਦੇ ਅੰਦਰ ਸਮਾ ਰਹੇ ਆ। ਇਸ ਕਰਕੇ ਸਤਿਗੁਰੂ ਜੀ ਸਦਾ ਹੀ ਚੌਹਾਂ ਜੱਗਾਂ ਵਿੱਚ ਜਿਉਂਦੇ ਨੇ। ਨਾਮ ਦੀ ਦਾਤ ਦੇ ਦੇਣ ਵਾਲੇ ਦਾਤੇ ਹਨ ਸੱਚੇ ਪਾਤਸ਼ਾਹ ਜੀ। ਨਾਨਕ ਹਰ ਨਾਮੇ ਲੱਗਾ ਪਿਆਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਰੀ ਦੇ ਨਾਮ ਨਾਲ ਉਹਨਾਂ ਦਾ ਫਿਰ ਪਿਆਰ ਲੱਗ ਜਾਂਦਾ ਹੈ। ਜਿਹੜੇ ਗੁਰੂ ਸਾਹਿਬ ਦੇ ਕੋਲੋਂ ਇਹ ਦਾਤ ਲੈਂਦੇ ਆ,
ਤੋ ਜੇ ਕੋਈ ਕਹੇ ਕਿ ਮਹਾਰਾਜ ਸਾਹਿਬ ਜੀ ਅੱਜ ਸਰੀਰ ਕਰਕੇ ਹੈ ਨਹੀਂ, ਆਪਾਂ ਕਿਵੇਂ ਦਾਤ ਲਈਏ? ਮਹਾਰਾਜ ਨੇ ਆਪਣਾ ਸਰੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਬਖਸ਼ਿਸ਼ ਕੀਤੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਸਦਾ ਹੀ ਦਾਤਾਂ ਵੰਡ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਸਦਾ ਹੀ ਨਿਹਾਲ ਕਰ ਰਹੇ ਹੈ। ਜਿਹੜੇ ਦਾਤਾਂ ਲੈਣ ਵਾਲੇ ਮਹਾਰਾਜ ਦੀ ਸੰਗਤ ਵਿੱਚ ਆ ਕੇ ਆਪ ਦੀਆਂ ਮਨ ਬਿਰਤੀ ਰੂਪੀ ਝੋਲੀਆਂ ਫੈਲਾਉਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਆਪਣਾ ਹਿਰਦਾ ਪ੍ਰੀਤ ਦੇ ਸਹਿਤ ਲਾਉਂਦੇ ਐ, ਬਿਰਤੀ ਨੂੰ ਇਕਾਗਰ ਕਰਦੇ ਐ। ਉਹ ਸਤਿਗੁਰੂ ਜੀ ਦੇ ਕੋਲੋਂ ਅੱਜ ਵੀ ਦਾਤਾਂ ਲੈਂਦੇ ਐ, ਕਿਉਂਕਿ ਮਹਾਰਾਜ ਤਾਂ ਸਦਾ ਹੀ ਜਿਉਂਦੇ ਐ ਸੱਚੇ ਪਾਤਸ਼ਾਹ ਤਾਂ। ਤੇ ਜਿਹੜੇ ਸਾਧ ਸੰਗਤ ਜੀ ਦਾਤ ਲੈ ਨਹੀਂ ਸਕਦੇ, ਉਹਨਾਂ ਦੇ ਆਪਣੇ ਅੰਦਰ ਫਰਕ ਵੈ। ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਆਉਂਦੇ ਨਹੀਂ, ਮਹਾਰਾਜ ਦਾ ਉਪਦੇਸ਼ ਨਹੀਂ ਸੁਣਦੇ ਹਨ। ਤੇ ਇਹ ਸਤਿਗੁਰੂ ਦੇ ਹਜੂਰ ਆਉਣਾ ਵੀ ਜੀਵ ਦੇ ਆਪਣੇ ਵਸ ਨਹੀਂ। ਇਸ ਸ਼ਬਦ ਦੇ ਅੰਦਰ ਮਹਾਰਾਜ ਆਖਿਆ ਕਿ ਜਦੋਂ ਨਿਰੰਕਾਰ ਪ੍ਰੇਰਦੇ ਐ, ਉਦੋਂ ਪੂਰੇ ਗੁਰੂ ਸਾਹਿਬ ਦਾ ਮਿਲਾਪ ਹੁੰਦਾ, ਦਰਸ਼ਨ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆਓ ਭਾਈ ਗੁਰੂ ਸਾਹਿਬ ਜੀ ਤੋਂ ਨਾਮ ਦੀ ਦਾਤ ਲੈ ਕਰਕੇ ਗੁਰਸਿੱਖ ਨਿਹਾਲ ਹੋ ਜਾਂਦੇ ਆ। ਗੌੜੇ ਗੁਆਰੇ ਰੇ ਮਹਲਾ ਤੀਜਾ। ਸਤਿਗੁਰੂ ਜੀ ਦੂਸਰਾ ਸ਼ਬਦ ਉਚਾਰਨ ਕਰਦੇ ਹਨ ਗੌੜੀ ਰਾਗ ਦੀ ਗੁਆਰੇਰੀ ਜਾਤੀ ਦੇ ਅੰਦਰ। ਗੁਰ ਤੇ ਗਿਆਨ ਪਾਏ ਜਨ ਕੋਏ। ਕੋਈ ਜਨ ਪਿਆਰਾ ਮਹਾਰਾਜ ਕਹਿੰਦੇ ਗੁਰੂ ਸਾਹਿਬ ਤੋਂ ਭਾਈ ਗਿਆਨ ਦਾ ਪ੍ਰਸਾਦ ਪਾ ਕੇ ਨਿਹਾਲ ਹੁੰਦਾ। ਭਾਈ ਪਾਰੋ ਜੀ ਵਰਗਾ ਗੁਰ ਤੇ ਬੂਝੈ ਸਿਝੈ ਸੋਏ। ਜਿਹੜਾ ਗੁਰੂ ਸਾਹਿਬ ਤੋਂ ਬੂਝੈ ਪੁੱਛਦਾ ਨਾ ਕਿ ਮਹਾਰਾਜ ਮੈਨੂੰ ਦੱਸੋ ਮੈਂ ਕੌਣ ਹਾਂ, ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰੇ ਅੰਦਰ ਆਪੇ ਦਾ ਗਿਆਨ ਦਿਓ। ਮਹਾਰਾਜ ਮੇਰਾ ਮਨ ਚਿੰਤਾ 'ਚ ਰੁੜਿਆ ਜਾਂਦਾ ਹੈ। ਸਤਿਗੁਰੂ ਦੇ ਕੋਲ ਜਿਹੜਾ ਆਪਣੀ ਵਿਥਿਆ ਕਹਿੰਦਾ ਹੈ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਸਿਝੈ ਸੋਏ, ਉਹੋ ਹੀ ਸਿੱਝ ਸਕਦਾ, ਮੁਕਤ ਹੋ ਸਕਦਾ ਜਿਹੜਾ ਗੁਰੂ ਸਾਹਿਬ ਨੂੰ ਪੁੱਛਦਾ। ਤੇ ਜਿਹੜਾ ਕਿਸੇ ਹੋਰ ਨੂੰ ਪੁੱਛਦਾ ਫਿਰਦਾ ਆਪਦੀ ਮੁਕਤੀ ਦਾ ਕਾਰਨ ਦੱਸੋ, ਕਿਵੇਂ ਦੱਸ ਦੇਗਾ ਕੋਈ? ਗੁਰੂ ਸਾਹਿਬ ਜੀ ਨੂੰ ਹੀ ਪਤਾ ਹੈ। ਤੇ ਜਿਹੜਾ ਗੁਰੂ ਸਾਹਿਬ ਤੋਂ ਬੂਝੈ ਸਮਝਦਾ ਹੈ, ਫਿਰ ਮਹਾਰਾਜ ਸਾਹਿਬ ਜੀ ਜਦੋਂ ਸਮਝਾਉਂਦੇ ਆ ਉਦੋਂ ਜੇ ਸੁੱਤਾ ਹੀ ਰਹਿੰਦਾ ਤੇ ਫਿਰ ਕੀ ਸਮਝਣਾ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਮਝਾਉਂਦੇ ਆ, ਜਿਹੜੇ ਗੁਰੂ ਸਾਹਿਬ ਤੋਂ ਬੂਝੈ ਸਮਝਦੇ ਹਨ, ਫਿਰ ਮਹਾਰਾਜ ਕਹਿੰਦੇ ਉਹ ਸਿੱਝੇ ਮੁਕਤ ਹੋ ਜਾਂਦੇ ਆ। ਗੁਰ ਤੇ ਬੂਝੈ, ਗੁਰੂ ਸਾਹਿਬ ਤੋਂ ਬੂਝੈ ਸਮਝਣ ਵਾਲੇ ਸਿੱਝੈ ਸੋਏ, ਉਹੋ ਹੀ ਸਿੱਝਦੇ ਆ, ਉਹੋ ਹੀ ਮੁਕਤ ਹੁੰਦੇ ਆ ਜਿਹੜੇ ਸਤਿਗੁਰੂ ਦੇ ਉਪਦੇਸ਼ ਦੀ ਸਮਝ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਮਨਾਹੀ ਕਰਦੇ, ਉਹਨਾਂ ਕਰਮਾਂ ਤੋਂ ਹਟ ਜਾਂਦੇ ਆ। ਸਤਿਗੁਰੂ ਜੀ ਨੇ ਇਹ ਕਰਮ ਕਰਨ ਦੀ ਆਗਿਆ ਕੀਤੀ, ਉਹਨਾਂ ਕਰਮਾਂ ਨੂੰ ਦ੍ਰਿੜਤਾ ਨਾਲ ਕਰਦੇ ਆ, ਵਿਸ਼ਵਾਸ ਕਰਦੇ ਆ। ਜਿਹੜਾ ਸਤਿਗੁਰੂ ਜੀ ਤੋਂ ਸਰੂਪ ਦਾ ਗਿਆਨ ਬੁੱਝਦੇ ਆ, ਸਮਝਦੇ ਆ, ਹਜੂਰ ਕਹਿੰਦੇ ਉਹ ਭਾਈ ਮੁਕਤ ਦਾ ਪ੍ਰਸਾਦ ਪਾ ਲੈਂਦੇ ਆ। ਗੁਰ ਤੇ ਸਹਿਜ ਸਾਚ ਵਿਚਾਰ। ਗੁਰੂ ਸਾਹਿਬ ਤੋਂ ਹੀ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕਦੋਂ? ਜਦੋਂ ਸੱਚੇ ਨਾਮ ਦੀ ਵਿਚਾਰ ਪ੍ਰਾਪਤ ਹੋ ਜਾਵੇ, ਜਦੋਂ ਸੱਚੇ ਪਾਤਸ਼ਾਹ ਜੀ ਸੱਚ ਸਰੂਪ ਦੀ ਵਿਚਾਰ ਬਖਸ਼ਿਸ਼ ਕਰਦੇ ਐ, ਉਦੋਂ ਗੁਰੂ ਸਾਹਿਬ ਤੋਂ ਇਹ ਸਹਿਜ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਆ। ਗੁਰ ਤੇ ਪਾਏ ਮੁਕਤ ਦੁਆਰ। ਤੇ ਮਹਾਰਾਜ ਮੁਕਤੀ ਕਿੱਥੋਂ ਮਿਲਦੀ ਹੈ? ਮਹਾਰਾਜ ਕਹਿੰਦੇ ਗੁਰੂ ਜੀ ਤੋਂ ਹੀ, ਗੁਰੂ ਸਾਹਿਬ ਤੋਂ ਹੀ ਮੋਕਸ਼ ਦਾ ਦੁਆਰਾ ਸਿੱਖ ਪਾ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਾਂ ਸ੍ਰਿਸ਼ਟੀ ਛਡਾਤੀ ਗਰੀਬ ਨਵਾਜ ਨੇ। ਵੇਖੋ ਮੁਕਤੀਆਂ ਦੇ ਤਾਂ ਮਹਾਰਾਜ ਸੋਮੇ ਹੀ ਲਾਤੇ ਕਿ ਭਈ ਤੇ ਜੇ ਸਾਡੇ ਕੋਲ ਵੀ ਪਹੁੰਚ ਨਹੀਂ ਹੁੰਦੀ, ਤੁਸੀਂ ਰਹਿੰਦੇ ਇਹ ਸੰਸਾਰ ਤੱਕ ਬੌਲੀ ਸਾਹਿਬ ਦੇ ਅੰਦਰ ਵਾਰੀ ਦੇਤਾ ਕਿ ਜਿਹੜਾ 84 ਪੌੜੀਆਂ ਤੇ 84 ਜਪਜੀ ਸਾਹਿਬ ਦੇ ਪਾਠ ਕਰ ਇਸ਼ਨਾਨ ਕਰੇ, ਉਹ 84 ਲੱਖ ਦੇ ਗੇੜ 'ਚ ਨਹੀਂ ਆਏਗਾ। ਮੁਕਤੀ ਹੈ, ਗੁਰੂ ਸਾਹਿਬ ਤੋਂ ਮੁਕਤੀ ਦੇ ਸੋਮੇ ਲੱਗ ਗਏ ਸੰਸਾਰ ਦੇ ਅੰਦਰ ਸਾਧ ਸੰਗਤ ਜੀ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਭਾਈ ਦਾਤੂ ਨੇ ਮਹਾਰਾਜ ਜੀ ਦੀ ਨਰਾਦਰੀ ਕੀਤੀ ਸੀ ਤੇ ਸੱਚੇ ਪਾਤਸ਼ਾਹ ਬਾਸਰ ਕੇ ਆਪਣੇ ਨਗਰ ਆ ਗਏ ਸਤਿਗੁਰੂ ਜੀ, ਜਿੱਥੇ ਸੰਨ ਸਾਹਿਬ ਗੁਰਦੁਆਰਾ ਸਾਹਿਬ ਹੈ। ਤੇ ਮਹਾਰਾਜ ਦਾ ਇੰਨਾ ਚਿਤ ਉਪਰਾਮ ਸੀ, ਮਹਾਰਾਜ ਨੇ ਬਾਹਰ ਲਿਖ ਕੇ ਫੱਟਾ ਲਵਾਤਾ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਸਿੱਧਾ ਨਰਕਾਂ ਨੂੰ ਜਾਏਗਾ। ਜਦੋਂ ਮਹਾਰਾਜ ਦਾ ਦਰਸ਼ਨ ਨਹੀਂ ਹੋਇਆ, ਹੁਣ ਗੋਇੰਦਵਾਲ ਸਾਹਿਬ ਵਸਦਾ ਤਾਂ ਸਤਿਗੁਰੂ ਜੀ ਦੇ ਕਰਕੇ ਹੀ ਹੈ ਨਾ। ਮਹਾਰਾਜ ਨਹੀਂ ਉੱਥੇ ਰਹੇ ਤੇ ਇਉਂ ਲੱਗਾ ਜਿਵੇਂ ਗੋਇੰਦਵਾਲ ਸਾਹਿਬ ਤੋਂ ਰੂਹ ਹੀ ਨਿਕਲ ਗਈ ਹੋਵੇ। ਹੁਣ ਸੰਗਤਾਂ ਆਉਂਦੀਆਂ ਨੇ ਪਰ ਮਹਾਰਾਜ ਦਾ ਦਰਸ਼ਨ ਨਹੀਂ ਹੁੰਦਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਕਿ ਤੁਸੀਂ ਮਹਾਰਾਜ ਦਾ ਦਰਸ਼ਨ ਕਰਾਓ।
ਜਦੋਂ ਜਦੋਂ ਵੀ ਕੋਈ ਇਹੋ ਜੀ ਗੱਲ ਹੋਈ ਹੈ ਆਪ ਨੇ ਕਿਰਪਾ ਕਰਕੇ ਸੰਗਤਾਂ ਦਾ ਮਾਰਗਦਰਸ਼ਨ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਵਾਰਿਆ ਗੁਰੂ ਨਾਨਕ ਸਾਹਿਬ ਦਾ ਕਿ ਅਸੀਂ ਤੁਹਾਥੋਂ ਓਲੇ ਨਹੀਂ ਹੋ ਸਕਦੇ, ਤੁਹਾਨੂੰ ਪਤਾ ਹੈ ਮਹਾਰਾਜ ਕਿੱਥੇ ਹੈ, ਤੁਸੀਂ ਸੰਗਤਾਂ ਨੂੰ ਦਰਸ਼ਨ ਕਰਾਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜੀ ਤਿਆਰ ਕੀਤੀ, ਜਿਸ ਘੋੜੀ ਤੇ ਭਾਈ ਪਾਰੋ ਜੀ ਸਵਾਰ ਹੁੰਦੇ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਨੇ ਉਹ ਘੋੜੀ ਸੌਂਪੀ ਸੀ ਜਦੋਂ ਗੁਰਿਆਈ ਤਖਤ ਦਿੱਤਾ ਸੀ। ਆਪ ਮਹਾਰਾਜ ਗੁਰੂ ਅਮਰਦਾਸ ਸਾਹਿਬ ਉਸ ਘੋੜੀ ਤੇ ਸਵਾਰ ਹੁੰਦੇ ਰਹੇ। ਉਸ ਘੋੜੀ ਨੂੰ ਅੱਗੇ ਲਾ ਲਿਆ ਤੇ ਕਿਹਾ ਬਾਬਾ ਬੁੱਢਾ ਸਾਹਿਬ ਨੇ ਕਿ ਗੁਰੂ ਸਾਹਿਬ ਦਾ ਇਹ ਪਤਾ ਦੱਸੇਗੀ। ਆਪਣੇ ਆਪ ਤੇ ਨਾ ਲਿਆਂਦੀ ਫਿਰ ਵੀ ਗੱਲ। ਘੋੜੀ ਉੱਥੇ ਆ ਕੇ ਖਲੋ ਗਈ ਜਿੱਥੇ ਬਾਹਰ ਤਖਤੀ ਲੱਗੀ ਹੋਈ ਆ, ਉਹ ਬਾਸਰ ਕੇ ਸੰਨ ਸਾਹਿਬ ਗੁਰਦੁਆਰਾ ਸਾਹਿਬ ਮਹਾਰਾਜ ਜੀ ਦਾ ਪਾਵਨ ਅਸਥਾਨ। ਤੇ ਫਿਰ ਬਾਹਰ ਲਿਖਿਆ ਹੋਇਆ ਸ਼ਬਦ ਪੜ੍ਹਿਆ ਬਾਬਾ ਬੁੱਢਾ ਸਾਹਿਬ ਨੇ ਕਿ ਮਹਾਰਾਜ ਦੀ ਤਾਂ ਆਗਿਆ ਭਾਈ, ਜਿਹੜਾ ਬੂਹਾ ਖੋਲੇਗਾ ਉਹ ਨਰਕਾਂ ਨੂੰ ਜਾਏਗਾ। ਫਿਰ ਆਖਿਆ ਅੱਛਾ ਇਸ ਬੂਹੇ ਰਾਹੀਂ ਆਉਣ ਦੀ ਇਹ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਆ ਨਾ, ਆਪਾਂ ਬੂਹੇ ਰਾਹੀਂ ਨਾ ਜਾਈਏ, ਪਿੱਛੋਂ ਦੀ ਪਾੜਾ ਹੀ ਪਾ ਲਈਏ, ਸੰਨ ਲਾ ਲਈਏ। ਬਾਬਾ ਬੁੱਢਾ ਸਾਹਿਬ ਨੇ ਪਿੱਛੋਂ ਕੰਧ ਹੀ ਢੇੜ ਲਈ ਤੇ ਜਦੋਂ ਉਹ ਸੰਨ ਲਾ ਕੇ ਅੰਦਰ ਆਏ ਮਹਾਰਾਜ ਜੀ ਦਾ ਦਰਸ਼ਨ ਕੀਤਾ। ਸਤਿਗੁਰੂ ਜੀ ਸਮਾਧੀ ਲੀਨ ਨੇ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਛੋਹਿਆ ਬਾਬਾ ਬੁੱਢਾ ਸਾਹਿਬ ਨੇ। ਇਹ ਸਾਧ ਸੰਗਤ ਜੀ ਵੇਖ ਲੋ ਮਾਣ ਹੈ ਬਾਬਾ ਬੁੱਢਾ ਸਾਹਿਬ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਜਿਨ੍ਹਾਂ ਦੇ ਅੰਦਰ ਐਨ ਪ੍ਰਕਾਸ਼ ਹੈ, ਇੱਕ ਮਿਕ ਹਨ। ਹੋਰ ਕੋਈ ਸਿੱਖ ਇਹ ਜੀ ਅਵਸਥਾ 'ਚ ਮਹਾਰਾਜ ਨੂੰ ਹੱਥ ਵੀ ਨਹੀਂ ਲਾ ਸਕਦਾ। ਸਤਿਗੁਰੂ ਜੀ ਜਦੋਂ ਨੇਤਰ ਖੁੱਲੇ ਆ ਤੇ ਬਾਬਾ ਬੁੱਢਾ ਸਾਹਿਬ ਪਿਆਰੇ ਸਿੱਖ ਨੂੰ ਸਾਹਮਣੇ ਵੇਖਿਆ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਸੀਂ ਸਾਡਾ ਬਚਨ ਨਹੀਂ ਪੜ੍ਹਿਆ, ਤੁਸੀਂ ਅੰਦਰ ਆ ਗਏ। ਮਹਾਰਾਜ ਪੜ੍ਹਿਆ ਸੀ ਸੱਚੇ ਪਾਤਸ਼ਾਹ, ਪਰ ਅਸੀਂ ਇਸ ਰਸਤੇ ਨਹੀਂ ਆਏ, ਇਧਰੋਂ ਨਹੀਂ ਆਏ। ਮਹਾਰਾਜ ਸਾਹਿਬ ਨੇ ਜਦੋਂ ਕੰਧ ਵੱਲ ਵੇਖਿਆ, ਪਾੜ ਲਾਇਆ। ਬਾਬਾ ਬੁੱਢਾ ਸਾਹਿਬ ਨੇ ਵੇਖ ਲੋ ਆਪਦੇ ਸਿੱਖ ਦੇ ਅੰਦਰ ਇਹ ਗਿਆਨ ਦੀ ਜੁਗਤ ਵੀ ਆਪ ਹੀ ਧਰੀ ਹੈ ਸੱਚੇ ਪਾਤਸ਼ਾਹ ਨੇ। ਗੁਰੂ ਜੀ ਦਾ ਬਚਨ ਵੀ ਮੰਨਿਆ ਤੇ ਸੰਗਤ ਨੂੰ ਦਰਸ਼ਨ ਵੀ ਕਰਵਾਏ। ਤੇ ਮਹਾਰਾਜ ਨੇ ਫਿਰ ਪ੍ਰਸੰਨ ਹੋ ਕੇ ਆਖਿਆ ਅੱਛਾ ਬਾਬਾ ਬੁੱਢਾ ਸਾਹਿਬ ਤੁਸੀਂ ਸੰਗਤ ਦੇ ਭਲੇ ਲਈ ਇਹ ਕਾਰਜ ਕੀਤਾ ਹੈ, ਜਿਹੜਾ ਇਸ ਦੁਆਰੇ ਰਾਹੀਂ ਲੰਘ ਜਾਏਗਾ ਮੁਕਤ ਹੋ ਜਾਏਗਾ। ਸਤਿਗੁਰੂ ਜੀ ਨੇ ਏਡਾ ਵੱਡਾ ਬਚਨ ਕਹਿਣਾ ਇਤਿਹਾਸ ਵਿੱਚ ਅੰਕਿਤ ਹੈ। ਤੇ ਵੇਖ ਲੋ ਮੁਕਤੀ ਲਈ ਸਾਧ ਸੰਗਤ ਜੀ ਕੋਈ ਕੀ ਕੁਝ ਨਹੀਂ ਕਰਦਾ ਹੈ। ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਜਿਸ ਨੂੰ ਆ ਜਾਵੇ, ਜੇ ਮਹਾਰਾਜ ਦੇ ਬਚਨਾਂ ਤੇ ਭਰੋਸਾ ਨਾ ਕੀਤਾ ਫਿਰ ਕਿੰਨੀ ਵਾਰੀ ਲੰਘੀ ਜਾਵੇਗਾ, ਮੁਕਤ ਨਹੀਂ ਹੋਣ ਲੱਗਾ। ਮਹਾਰਾਜ ਦੇ ਬਚਨਾਂ ਤੇ ਸ਼ਕਤੀ ਤੇ ਭਰੋਸਾ ਕਰੇ ਤੇ ਫਿਰ ਮੁਕਤ ਹੋ ਜੂ, ਕਿਉਂਕਿ ਮਹਾਰਾਜ ਨੇ ਬਚਨ ਆਖਿਆ ਏ ਕਿ ਜਿਹੜਾ ਇਹਦੇ ਵਿੱਚ ਦੀ ਲੰਘ ਜਾਏਗਾ ਉਹ 84 ਦੇ ਗੇੜ 'ਚ ਨਹੀਂ ਆਵੇਗਾ। ਇਹ ਸਤਿਗੁਰਾਂ ਦੇ ਕਹੇ ਹੋਏ ਵਾਕ ਨੇ। ਜੇ ਮੁਕਤੀ ਦਾ ਦੁਆਰਾ ਵੀ ਮਿਲਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਮਿਲਦਾ ਸਿੱਖੋ, ਗੁਰੂ ਅੰਗਦ ਸਾਹਿਬ ਤੋਂ ਹੀ ਮਿਲਦਾ ਹੈ, ਗੁਰੂ ਅਮਰਦਾਸ ਸਾਹਿਬ ਤੋਂ ਹੀ ਇਹ ਪ੍ਰਾਪਤ ਹੁੰਦਾ ਸਿੱਖਾਂ ਨੂੰ ਮੁਕਤੀ ਦਾ ਦੁਆਰਾ। ਹੋਰ ਕੋਈ ਸਾਧਨ ਨਹੀਂ ਹੈ ਮੋਕਸ਼ ਦੇ ਦੁਆਰੇ ਦਾ। ਪੂਰੇ ਭਾਗ ਮਿਲੈ ਗੁਰ ਆਏ। ਪੂਰੇ ਜਦੋਂ ਪੂਰਬਲੇ ਭਾਗ ਹੀ ਜਾਗਪਣ, ਪੂਰੇ ਜਦੋਂ ਭਾਗ ਹੋਣ ਮਸਤਕ ਦੇ ਉੱਤੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਫਿਰ ਆ ਕਰਕੇ ਪੁਰਾਣੀ ਗੁਰੂ ਸਾਹਿਬ ਨਾਲ ਮਿਲ ਪੈਂਦਾ ਹੈ। ਵੇਖ ਲੋ ਕਈਆਂ ਨੂੰ ਕੀ ਕੀ ਬਹਾਨਾ ਬਣਿਆ। ਭਾਈ ਪਾਰੋ ਜੀ ਹੜ ਆਇਆ ਸੀ ਦਰਿਆ ਦੇ ਅੰਦਰ ਤੇ ਘੋੜੀ ਠੇਲ ਕੇ ਪਾਰ ਹੋ ਗਏ। ਉਹ ਮੁਸਲਮਾਨ ਬੜਾ ਜਿਹੜਾ ਸੀ ਉਹ ਰਾਹਗੀਰ ਸੀ, ਉਹ ਤਾਂ ਕੇਵਲ ਉਹ ਕਹਿੰਦਾ ਵੇਲੇ ਵੀ ਆਪਦੇ ਪੀਰ ਦੇ ਬਲ ਬੂਤੇ ਤੇ ਹੜ ਆਏ ਦਰਿਆ ਚੋਂ ਹੀ ਲੰਘ ਗਿਆ। ਸਾਰੀ ਦੁਨੀਆ ਕਈ ਦਿਨਾਂ ਦੀ ਅਟਕੀ ਹੋਈ ਹੈ। ਫਿਰ ਉਹ ਭਾਈ ਪਾਰੋ ਜੀ ਨੂੰ ਮਿਲਿਆ, ਕਹਿੰਦਾ ਮੈਨੂੰ ਉਸ ਗੁਰੂ ਜੀ ਦਾ ਦਰਸ਼ਨ ਕਰਾ। ਤੇ ਭਾਈ ਪਾਰੋ ਜੀ ਇਹਨੂੰ ਲੈ ਕੇ ਆਏ। ਵੇਖੋ ਇਹਦੇ ਭਾਗ ਹੀ ਸੀ ਨਾ। ਤੇ ਮਹਾਰਾਜ ਜੀ ਨੇ ਦਰਸ਼ਨ ਨਹੀਂ ਦਿੱਤਾ, ਭਾਈ ਪਾਰੋ ਜੀ ਵਾਂਗ ਇਹਨੂੰ ਵੀ ਮੰਜੀ ਥਾਪਤੀ, ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ। ਉਹ ਮੁਸਲਮਾਨ ਪਠਾਨ ਵੀ ਸਤਿਗੁਰਾਂ ਦੇ ਕੋਲੋਂ ਗਿਆਨ ਪਾ ਕੇ ਨਿਹਾਲ ਹੋਇਆ। ਉਹ ਪੂਰੇ ਭਾਗ ਨੇ ਕਿ ਗੁਰੂ ਜੀ ਦੇ ਸਿੱਖ ਦਾ ਦਰਸ਼ਨ ਹੋਇਆ ਤੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਆਇਆ। ਪੂਰਾ ਭਾਗ ਮਿਲਿਆ ਗੋਰੇ ਆਏ। ਫਿਰ ਸਾਧ ਸੰਗਤ ਜੀ ਆ ਕਰਕੇ ਗੁਰੂ ਸਾਹਿਬ ਦਾ ਜਦੋਂ ਮੇਲਾ ਕਰ ਲਵੇ ਜੀਵ, ਇਹ ਪੂਰੇ ਭਾਗਾਂ ਦੀ ਨਿਸ਼ਾਨੀ ਹੈ। ਸੱਚ ਸਹਿਜ ਸੱਚ ਸਮਾਏ। ਜਦੋਂ ਸੱਚੇ ਨਾਮ ਦਾ ਜਾਪ ਕਰੇ ਤੇ ਸਹਿਜ ਗਿਆਨ ਉਪਜਦਾ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੁਤੇ ਹੀ ਸੱਚੇ ਨਾਮ ਦੇ ਅੰਦਰ ਸਮਾ ਜਾਂਦਾ ਹੈ। ਜਦੋਂ ਇਸ ਪ੍ਰਕਾਰ ਸੱਚਾ ਸਹਿਜ ਸੱਚੇ ਨਿਰੰਕਾਰ ਤੋਂ ਹੀ ਸਹਿਜ ਦੀ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ, ਸਹਿਜ ਸ਼ਾਂਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਫਿਰ ਸੱਚ ਸਰੂਪ ਦੇ ਅੰਦਰ ਜੀਵ ਸਦਾ ਜਿਹੜਾ ਰਹਿਣ ਵਾਲਾ ਸਰੂਪ ਹੈ ਉਹਦੇ ਵਿੱਚ ਸਮਾ ਜਾਂਦਾ ਹੈ।
ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ। ਜੇ ਗੁਰੂ ਸਾਹਿਬ ਜੀ ਨਾਲ ਮੇਲਾ ਹੋਵੇ ਫਿਰ ਤ੍ਰਿਸ਼ਨਾ ਦੀ ਬਲਦੀ ਅੰਦਰ ਅੱਗ ਬੁਝ ਜਾਂਦੀ ਹੈ। ਜਿਵੇਂ ਮੀਂਹ ਪੈਣ ਨਾਲ ਬਾਹਰ ਲੱਗੀ ਕਿਤੇ ਖੇਤਾਂ 'ਚ ਅੱਗ, ਜੰਗਲ 'ਚ ਅੱਗ ਬੁਝ ਜਾਂਦੀ ਹੈ ਨਾ, ਇਵੇਂ ਸਤਿਗੁਰੂ ਜੀ ਦੇ ਦੁਆਰੇ ਤੇ ਆਈਏ ਤੇ ਮਹਾਰਾਜ ਦੇ ਦੁਆਰੇ ਤੇ ਹੁੰਦੀ ਨਾਮ ਦੀ ਵਰਖਾ ਹਰ ਵੇਲੇ। ਨਾਮ ਦੀ ਵਰਖਾ ਕਰਕੇ ਕੀ ਹੁੰਦਾ, ਅੰਦਰ ਫਿਰ ਲੱਗੀ ਹੋਈ ਜਿਹੜੀ ਤ੍ਰਿਸ਼ਨਾ ਦੀ ਅੱਗ ਆ, ਭਾਂਬੜ ਮੱਚਦੇ ਐ, ਉਹ ਸਾਰੀ ਬੁਝ ਜਾਂਦੀ ਹੈ। ਗੁਰੂ ਸਾਹਿਬ ਦੇ ਮਿਲਾਪ ਕਰਕੇ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਜਾਂਦੀ ਹੈ, ਬੁਝ ਜਾਂਦੀ ਆ। ਗੁਰ ਤੇ ਸ਼ਾਂਤ ਵਸੈ ਮਨ ਆਏ। ਪਰਮ ਸ਼ਾਂਤੀ ਸਾਧ ਸੰਗਤ ਜੀ ਗੁਰੂ ਸਾਹਿਬ ਤੋਂ ਆ ਕਰਕੇ ਮਨ ਵਿੱਚ ਵਸਦੀ ਹੈ। ਇਹ ਵੀ ਅੱਜ ਕੀ ਹੈ, ਜੀਆਂ ਨੇ ਹੱਥ ਜੋੜਨ ਨੂੰ ਸਾਧ ਸੰਗਤ ਜੀ ਜਿਹੜੇ ਕਾਇਰਤਾ ਨਾਲ ਅੱਗੇ ਹੱਥ ਜੋੜਦੇ ਨੇ, ਇਹ ਸ਼ਾਂਤੀ ਨਹੀਂ ਹੈ, ਇਹ ਕਾਇਰਪੁਣਾ ਹੈ। ਸ਼ਾਂਤੀ ਕਿਹਨੂੰ ਕਹਿੰਦੇ ਐ? ਜਿਹੜਾ ਸਾਧ ਸੰਗਤ ਜੀ ਆਪਣੇ ਨਿਜ ਸਰੂਪ ਦੇ ਅੰਦਰ ਟਿਕੇ ਰਹਿਣਾ, ਕਿਸੇ ਦੀ ਕਹੀ ਹੋਈ ਕੌੜੀ ਗੱਲ ਨੂੰ ਬਰਦਾਸ਼ਤ ਕਰ ਲੈਣਾ, ਇਹ ਹੈ ਸ਼ਾਂਤੀ। ਪਰ ਜੇ ਕੋਈ ਸਿੱਖੀ ਦੀ ਅਣਖ ਤੇ ਗੈਰਤ ਨੂੰ ਹੱਥ ਪਾਵੇ ਤੇ ਫਿਰ ਉਸ ਨੂੰ ਜਵਾਬ ਨਾ ਦੇਣਾ, ਉਹ ਕਾਇਰਪੁਣਾ ਹੁੰਦਾ, ਅੱਗੋਂ ਹੱਥ ਜੋੜੀ ਚਲੇ ਜਾਣੇ। ਅੱਜ ਕੱਲ ਸਿੱਖ ਇਹੋ ਜੀ ਸ਼ਾਂਤੀ ਭਾਲਦੇ ਐ। ਗੁਰਦੁਆਰੇ ਸਾਹਿਬ ਵਿੱਚ ਕਿਤੇ ਲੜਾਈ ਹੋ ਜੇ, ਝਾਟੀ ਗੁਰਦੁਆਰਾ ਵਿਹਲਾ ਹੀ ਹੋ ਜਾਂਦਾ, ਅਸੀਂ ਕੀ ਜਾਣਾ ਉੱਥੇ ਕਰਨ, ਉੱਥੇ ਜੀ ਲੜਾਈਆਂ ਹੁੰਦੀਆਂ ਹਨ। ਤੇ ਜਿਹੜਾ ਸਾਧ ਸੰਗਤ ਜੀ ਇਸੇ ਕਰਕੇ ਜਿਹੜੇ ਗਲਤ ਅਨਸਰ ਹਨ ਨਾ, ਤਕਰੀਬਨ ਬਹੁਤਾਤ ਉਹ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧ ਉਹਨਾਂ ਕੋਲ ਆ ਗਏ। ਇਸੇ ਕਰਕੇ ਕਿ ਅਸੀਂ ਕਾਇਰਤਾ ਵਾਲੀ ਸ਼ਾਂਤੀ ਭਾਲੀ ਫਿਰਦੇ ਆਂ ਤੇ ਗੁਰੂ ਸਾਹਿਬ ਦੇ ਦੁਆਰੇ ਤੇ ਆ ਕਰਕੇ ਹੱਕ ਸੱਚ ਲਈ ਕੁਰਬਾਨੀ ਵੀ ਕਰਨ ਤੋਂ ਅਸੀਂ ਜਿਹੜਾ ਹੈ ਸਾਡਾ ਮਨ ਮੁਨਕਰ ਹੈ, ਉਹਨੂੰ ਸਮਝਿਆ ਹੋਇਆ ਹੈ ਕਿ ਨਹੀਂ, ਇਹ ਤਾਂ ਐਵੇਂ ਮਨ ਜੀ ਭਟਕ ਜਾਂਦਾ ਹੈ। ਜਿਹੜਾ ਸਤਿਗੁਰੂ ਜੀ ਦੇ ਦੁਆਰੇ ਤੇ ਆ ਕਰਕੇ ਸੱਚ ਤੇ ਪਹਿਰਾ ਨਹੀਂ ਦੇ ਸਕਦਾ, ਉਪਦੇਸ਼ ਨਹੀਂ ਕਮਾ ਸਕਦਾ, ਜੇ ਕੋਈ ਗਲਤ ਕਰਮ ਕਰਦਾ ਹੈ, ਆਪ ਹੁਦਰੀਆਂ ਕਰਦਾ ਹੈ, ਫਿਰ ਉਹਦੇ ਅੱਗੇ ਨਿਮਰਤਾ ਨਾਲ ਹੀ ਹੱਥ ਜੋੜੀ ਜਾਵੇ, ਉਹ ਨਿਮਰਤਾ ਨਹੀਂ ਹੈ, ਉਹ ਕਾਇਰਤਾ ਹੈ। ਇਸ ਕਰਕੇ ਬੁਝਦਲਪੁਣਾ ਹੈ। ਤੇ ਸਿੱਖ ਨੂੰ ਨਿਮਰਤਾ ਸ਼ਾਂਤੀ ਕਿਹੜੀ ਦਿੱਤੀ ਹੈ ਮਹਾਰਾਜ ਨੇ? ਕਿਸੇ ਦਾ ਕਿਹਾ ਕੌੜਾ ਵਾਕ ਜੇ ਆਪਦੇ ਪਰਥਾਏ ਆ ਤੇ ਉਸ ਨੂੰ ਜਰ ਲੈਣਾ, ਅੰਦਰ ਨਾਮ ਦੇ ਨਾਲ ਸ਼ੀਤਲ ਹੋ ਜਾਣਾ, ਇਹਨੂੰ ਸ਼ਾਂਤੀ ਕਹਿੰਦੇ ਐ। ਵਕਾਰਾਂ ਦੀ ਅੱਗ ਬੁਝ ਜਾਣੀ, ਨੇਤਰ ਜਿਹੜੇ ਆ ਉਹ ਪਰਾਇਆ ਰੂਪ ਵੇਖਣ ਤੋਂ ਹਟ ਜਾਣ, ਸ਼ਾਂਤ ਹੋ ਜਾਣ, ਤ੍ਰਿਸ਼ਨਾ ਨਾ ਫੁਰੇ ਪਦਾਰਥਾਂ ਦੀ ਪਕੜ ਨਾ ਰਹੇ, ਉਹ ਹੈ ਸ਼ਾਂਤੀ। ਪਰ ਜਿਹੜਾ ਸਾਧ ਸੰਗਤ ਜੀ ਜਰਵਾਣੇ ਦੇ ਅੱਗੇ ਹੱਥ ਜੋੜਨੇ, ਜ਼ਾਲਮ ਦੇ ਅੱਗੇ ਹੱਥ ਜੋੜਨੇ, ਕੋਈ ਧੱਕਾ ਕਰਦਾ ਹੈ ਔਰਤ ਤੇ ਬੱਚੇ ਤੇ ਫਿਰ ਵੀ ਬੁਝਦਲਾਂ ਵਾਂਗ ਵੇਖਦੇ ਰਹਿਣਾ, ਉਹ ਸ਼ਾਂਤੀ ਨਹੀਂ ਹੈ, ਉਹ ਕਾਇਰਤਾ ਹੈ। ਗੁਰੂ ਸਾਹਿਬ ਜੀ ਦੇ ਕੋਲੋਂ ਉਹੋ ਜੀ ਸ਼ਾਂਤੀ ਨਾ ਕਿਤੇ ਭਾਲਣੀ, ਮਹਾਰਾਜ ਦੇ ਘਰੋਂ ਉਹੋ ਜੀ ਸ਼ਾਂਤੀ ਨਹੀਂ ਮਿਲਦੀ। ਉੱਥੇ ਤਾਂ ਫਿਰ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਕਿਰਪਾਨ ਕੱਢ ਕੇ ਸਿਰ ਭੇਟ ਉਹਦਾ ਕਰ ਦੇਣਾ ਚਾਹੀਦਾ ਸ਼ਸਤਰ ਦੇ ਤਾਈਂ। ਇਹ ਸਤਿਗੁਰਾਂ ਜੀ ਨੇ ਸਾਨੂੰ ਫਿਰ ਵੇਖ ਲਓ, ਸਿੱਖ ਇੰਨਾ ਜ਼ਿਆਦਾ ਜ਼ੁਲਮ ਦਾ ਨਾਸ਼ ਕਰਦੇ ਤਾਂ ਵੀ ਅੰਦਰੋਂ ਸ਼ਾਂਤੀ ਨਹੀਂ ਭੰਗ ਹੁੰਦੀ, ਤਾਂ ਵੀ ਅੰਦਰੋਂ ਸ਼ਾਂਤੀ ਨਹੀਂ ਨਾਸ਼ ਹੁੰਦੀ ਸਿੱਖਾਂ ਦੇ, ਕਿਉਂਕਿ ਮਹਾਰਾਜ ਨੇ ਸਦੀਵੀ ਸ਼ਾਂਤੀ ਦਿੱਤੀ ਹੈ, ਇੱਕ ਰਸ ਰਹਿਣ ਵਾਲੀ ਸ਼ਾਂਤੀ ਦਿੱਤੀ ਹੈ। ਨਹੀਂ ਤੇ ਜੀਵ ਜਦੋਂ ਕੋਈ ਸਾਧ ਸੰਗਤ ਜੀ ਲੜ ਪੈਣ, ਝਗੜਾ ਹੋਵੇ ਤੇ ਫਿਰ ਸ਼ਾਂਤੀ ਅੰਦਰ ਰਹਿੰਦੀ ਨਹੀਂ, ਕਿਉਂਕਿ ਉਹ ਸ਼ਾਂਤੀ ਝੂਠੀ ਹੁੰਦੀ ਹੈ। ਜਿਹੜਾ ਇਸ ਪ੍ਰਕਾਰ ਸ਼ਾਂਤ ਸ਼ਬਦ ਹੈ ਨਾ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੰਤਰੀਬ, ਇੱਕ ਤਾਂ ਜਿੰਨੇ ਔਗਣ ਮੈਂ ਪਾਪ ਵਾ ਵਕਾਰ ਹੈ ਉਹ ਸਾਰੇ ਨਾਸ਼ ਹੋ ਜਾਂਦੇ ਤੇ ਚਿੱਤ ਸ਼ਾਂਤ ਹੋ ਜਾਂਦਾ ਹੈ। ਪਰ ਇਹ ਸ਼ਾਂਤ ਹੋਣ ਦਾ ਅਰਥ ਵੀ ਮਨੁੱਖਾਂ ਨੇ ਆਪ ਦੇ ਢੰਗ ਨਾਲ ਹੀ ਲੱਭਿਆ ਹੋਇਆ ਹੈ। ਇਸ ਕਰਕੇ ਜਿਹੜੇ ਆਪ ਹੁਦਰੇ ਲੋਕ ਹੈ, ਉਹ ਸਾਧ ਸੰਗਤ ਜੀ ਜਦੋਂ ਗੁਰਮੁਖੇ ਸਮਝ ਲੈਣ ਕਿ ਕਿਸੇ ਨਾਲ ਲੜਨਾ ਸ਼ਾਂਤੀ ਭੰਗ ਹੁੰਦੀ ਹੈ, ਤੇ ਫਿਰ ਤਾਂ ਉਹਨਾਂ ਨੇ ਤਾਂ ਕਾਬਜ ਹੋਣਾ ਹੀ ਹੈ। ਉਹਨਾਂ ਨੇ ਤਾਂ ਆ ਕਰਕੇ ਫਿਰ ਆਪਣੀ ਮਰਜ਼ੀ ਨਾਲ ਜਿਹੜੇ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧ ਚਲਾਉਣੇ ਹੀ ਹੈ, ਕਿਉਂਕਿ ਗੁਰਮੁਖ ਇਹ ਸਮਝੀ ਬੈਠੇ ਆ ਕਿ ਸ਼ਾਂਤੀ ਭੰਗ ਹੁੰਦੀ ਹੈ ਲੜਿਆਂ ਸ਼ਾਂਤੀ ਭੰਗ ਨਹੀਂ ਹੁੰਦੀ। ਮਹਾਂਪੁਰਖਾਂ ਨੂੰ ਵੀ ਕਿਸੇ ਨੇ ਆਖਿਆ ਸੀ ਤੁਸੀਂ ਸ਼ਸਤਰ ਕਿਉਂ ਰੱਖਦੇ, ਇਹਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ। ਕਹਿੰਦੇ ਭਾਈ ਸਾਡੇ ਗੁਰੂ ਸਾਹਿਬ ਦਾ ਕਹਿਣਾ ਹੈ ਸ਼ਸਤਰ ਨਾਲ ਸ਼ਾਂਤੀ ਬਹਾਲ ਹੁੰਦੀ ਹੈ, ਭੰਗ ਨਹੀਂ ਹੁੰਦੀ। ਅਖੇ ਜੀ ਉਹ ਕਿਵੇਂ? ਕਹਿੰਦੇ ਜੇ ਸ਼ਸਤਰ ਰੱਖਿਆ ਹੀ ਸ਼ਾਂਤੀ ਭੰਗ ਹੁੰਦੀ ਹੈ, ਫਿਰ ਤੁਸੀਂ ਪਾਕਿਸਤਾਨ ਦੇ ਬਾਰਡਰ ਤੇ ਇੰਨੀ ਫੌਜ ਨੂੰ ਸ਼ਸਤਰ ਦੇ ਕੇ ਕਿਉਂ ਲਾਇਆ ਹੋਇਆ? ਉੱਥੇ ਸਾਰੇ ਫਿਰ ਤੁਸੀਂ ਮਾਲਾ ਫੇਰੋ, ਤੁਹਾਡੀ ਸ਼ਾਂਤੀ ਵੇਖੋ ਕਿਵੇਂ ਦੁਸ਼ਮਣ ਕਾਇਮ ਕਰਦਾ ਹੈ। ਸ਼ਸਤਰ ਦੇ ਨਾਲ ਹੀ ਸ਼ਾਂਤੀ ਕਾਇਮ ਰਹਿੰਦੀ ਹੈ। ਇਸ ਕਰਕੇ ਬਜਾਏ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਜ਼ੁਲਮ ਕਰਨ ਵਾਲਾ
ਜਿਹੜਾ ਜ਼ਾਲਮ ਹੈ ਉਹਦੇ ਹੱਥ ਵਿੱਚ ਸ਼ਸਤਰ ਹੋਵੇਗਾ ਫਿਰ ਅੱਗ ਵਰੇਗੀ, ਤੇ ਜੇ ਸੰਤ ਦੇ ਹੱਥ ਵਿੱਚ ਸ਼ਸਤਰ ਹੋਇਆ ਤੇ ਫਿਰ ਅੱਗ ਨਹੀਂ ਸ਼ਾਂਤੀ ਪੈਦਾ ਕਰੇਗਾ ਉਹ ਸ਼ਸਤਰ। ਇਹ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੇ ਪੰਥ ਦੇ ਉੱਪਰ। ਮਹਾਰਾਜ ਕਹਿੰਦੇ ਜਿਹੜੇ ਪਰਮ ਸ਼ਾਂਤੀ ਹੈ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ। ਪਰਮ ਸ਼ਾਂਤ ਹੋ ਜਾਂਦਾ ਚਿੱਤ, ਵਿਕਾਰਾਂ ਦੀ ਬਲਦੀ ਅੱਗ ਅੰਦਰੋਂ ਬੁਝ ਜਾਂਦੀ ਹੈ। ਇਹ ਸਾਧ ਸੰਗਤ ਜੀ ਸ਼ਾਂਤੀ ਦਾ ਵੀ, ਸ਼ਾਂਤ ਚਿੱਤ ਹੋਣ ਦਾ ਵੀ ਭੇਦ ਸਮਝਣਾ। ਕਾਇਰ ਪੁਣੇ ਨੂੰ ਸ਼ਾਂਤੀ ਨਾ ਕਿਤੇ ਸਮਝ ਬਹਿਣਾ ਕਿ ਅਸੀਂ ਨਹੀਂ ਲੜਨਾ ਪਸੰਦ ਕਰਦੇ ਜੀ। ਠੀਕ ਹੈ, ਸਿੱਖ ਕਦੇ ਵੀ ਲੜਨਾ ਨਹੀਂ ਪਸੰਦ ਕਰਦਾ ਸਾਨੂੰ, ਕਿਉਂਕਿ ਸਿੱਖ ਤਾਂ ਕੀੜੀ ਮਾਰਨੀ ਪਸੰਦ ਨਹੀਂ ਕਰਦਾ, ਮਨੁੱਖੀ ਖੂਨ ਡੋਲਣਾ ਕਿਉਂ ਪਸੰਦ ਕਰੇਗਾ। ਪਰ ਜੇ ਕੋਈ ਸਾਧ ਸੰਗਤ ਜੀ ਸਿੱਖ ਦੀ ਪੱਗ ਨੂੰ ਹੱਥ ਪਾ ਲੇ, ਅਣਖ ਤੇ ਗੈਰਤ ਨੂੰ ਹੱਥ ਪਾ ਲੇ, ਫਿਰ ਕਹੇ ਮੈਂ ਕੀੜੀ ਨਹੀਂ ਮਾਰਨੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਹੁਣ ਤਾਂ ਜ਼ੁਲਮ ਨੂੰ ਇਹਨੇ ਜਿਹੜਾ ਹੈ ਇੰਤਹਾ ਕਰ ਦਿੱਤੀ ਹੈ। ਉਸ ਜ਼ਾਲਮ ਦਾ ਸਿਰ ਲਾ ਦੇਣਾ ਹੀ ਸ਼ਾਂਤੀ ਹੈ, ਉਸ ਨੂੰ ਸਬਕ ਸਿਖਾਉਣਾ ਹੀ ਸ਼ਾਂਤੀ ਹੈ। ਇਹ ਪਰਮ ਸ਼ਾਂਤੀ ਹੈ ਸਤਿਗੁਰੂ ਜੀ ਦੇ ਘਰੋਂ ਜਿਹੜਾ ਅੰਦਰ ਠੰਡਾ ਹੋ ਜਾਂਦਾ ਹੈ। ਇਹ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰ ਤੇ ਸ਼ਾਂਤ ਵਸੈ ਮਨ ਆਏ। ਸ਼ਾਂਤ ਹੋ ਜਾਂਦਾ ਚਿੱਤ, ਮਨ ਵਿੱਚ ਆ ਕਰਕੇ ਵਸ ਜਾਂਦੀ ਹੈ ਸ਼ਾਂਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਦਾਤ ਭਾਈ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀ ਆ। ਗੁਰ ਤੇ ਪਵਿੱਤ ਪਾਵਨ ਸਵੱਛ ਹੋਏ। ਗੁਰੂ ਸਾਹਿਬ ਜੀ ਤੋਂ ਮਨ ਪਵਿੱਤਰ ਹੋ ਜਾਂਦਾ ਹੈ। ਮਨ ਨੂੰ ਝੂਠ ਲੱਗਦੀ ਹੈ ਬਹੁਤ ਸਾਰੀ, ਤੇ ਇਹ ਸਾਰੀ ਝੂਠ ਮਨ ਦੀ ਗੁਰੂ ਸਾਹਿਬ ਤੋਂ ਲੱਥਦੀ ਹੈ। ਤੇ ਫਿਰ ਸਾਧ ਸੰਗਤ ਜੀ ਪਾਵਨ ਸਰੀਰ ਜਿਹੜਾ ਹੈ ਨਾ, ਇਹ ਵੀ ਸਤਿਗੁਰਾਂ ਜੀ ਤੋਂ ਪਾਵਨ ਹੁੰਦਾ ਸੇਵਾ ਕਰਕੇ। ਮਨ ਮਹਾਰਾਜ ਜੀ ਦੇ ਸ਼ਬਦ ਵਿੱਚ ਜੁੜਿਆ ਪਵਿੱਤਰ ਹੁੰਦਾ ਹੈ, ਸਰੀਰ ਸੇਵਾ ਵਿੱਚ ਜੁੜਿਆ ਪਵਿੱਤਰ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ। ਸੁੱਚ, ਫਿਰ ਇੰਦਰੇ ਵੀ ਸੁੱਚੇ ਹੋ ਜਾਂਦੇ। ਜਿਹੜੇ ਇੰਦਰੇ ਆ ਨਾ, ਇਹਨਾਂ ਨੂੰ ਵੀ ਝੂਠ ਲੱਗਦੀ ਹੈ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰ ਤ੍ਰਿਆ ਪਨ ਧਰ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ। ਇਹ ਸਾਰੇ ਸੂਤਕ ਝੂਠ ਲੱਗਦੀ ਹੈ। ਤੇ ਫਿਰ ਸਤਿਗੁਰੂ ਜੀ ਤੋਂ ਕੀ ਦਾਤ ਪ੍ਰਾਪਤ ਹੁੰਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਹਰ ਵੇਲੇ ਸ਼ਬਦ ਦਾ ਪ੍ਰਸਾਦ ਵਰਤਾਇਆ ਜਾਂਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਹਜੂਰ ਗੁਰੂ ਅਮਰਦਾਸ ਸਾਹਿਬ ਜੀ ਤਖਤ ਤੇ ਬੈਠਦੇ ਐ। ਆਪਦੇ ਸ਼੍ਰੀ ਮੁਖ ਤੋਂ ਜਦੋਂ ਮਹਾਰਾਜ ਬੋਲਦੇ ਆ, ਸਿੱਖਾਂ ਦੇ ਧਿਆਨ ਚਕੋਰਾਂ ਵਾਂਗ ਮਹਾਰਾਜ ਵੱਲ ਲੱਗੇ। ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਜਿਹੜੀ ਹੈ ਨਾ, ਉਹ ਸਵੰਤੀ ਬੂੰਦ ਵਾਂਗ ਸਿੱਖਾਂ ਦੇ ਚਿੱਤ ਬਬੀਹਿਆਂ ਦੀ ਤਰ੍ਹਾਂ ਇਕਾਗਰ ਹੋਏ, ਮੂੰਹ ਅੱਡੇ ਹੋਏ ਆ। ਸਤਿਗੁਰੂ ਜੀ ਆਪਦੇ ਮੁਖ ਤੋਂ ਬਚਨ ਕਰਦੇ ਆ, ਇੱਕ ਇੱਕ ਬਚਨ ਸਿੱਖਾਂ ਦੇ ਕੰਨਾਂ ਦੇ ਵਿੱਚ ਪੈ ਕੇ ਅੰਦਰ ਅਸਰ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਤੋਂ ਮਨ ਉਹਨਾਂ ਦਾ ਪਰਮ ਪਵਿੱਤਰ ਹੋ ਰਿਹਾ ਹੈ। ਮਨ ਦੀਆਂ ਮੈਲਾਂ ਲੱਥ ਰਹੀਆਂ ਨੇ ਸਤਿਗੁਰਾਂ ਜੀ ਦੇ ਬਚਨ ਸੁਣ ਸੁਣ ਕੇ। ਇਹ ਸਤਿਗੁਰੂ ਗਰੀਬ ਨਵਾਜ਼ ਸਾਨੂੰ ਸਿੱਖਿਆ ਸਮਝਾ ਰਹੇ ਹੈ ਕਿ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਸੁਣੀਏ, ਕਥਾ ਸੁਣੀਏ ਤੇ ਕੀ ਕਲਾ ਵਰਤਦੀ ਹੈ? ਮਨ ਦੀ ਮੈਲ ਲੱਥਦੀ ਹੈ, ਮਨ ਪਵਿੱਤਰ ਹੁੰਦਾ ਹੈ ਤੇ ਸਰੀਰ ਵੀ ਸੰਗਤ 'ਚ ਬਹਿਣ ਨਾਲ ਪਵਿੱਤਰ ਹੋ ਜਾਂਦਾ ਹੈ। ਮਹਾਰਾਜ ਜੀ ਦੇ ਦਰਸ਼ਨ ਅੱਖਾਂ ਨਾਲ ਕਰੀਏ, ਨੇਤਰ ਪਵਿੱਤਰ ਹੋ ਜਾਂਦੇ ਹੈ। ਕੰਨਾਂ 'ਚ ਨਾਮ ਪਵੇ ਤੇ ਕੰਨ ਪਵਿੱਤਰ ਹੁੰਦੇ ਹੈ। ਹਿਰਦੇ ਵਿੱਚ ਵਸੇ ਹਿਰਦਾ ਪਵਿੱਤਰ ਹੁੰਦਾ ਹੈ। ਜ਼ਬਾਨ ਨਾਲ ਜਪੀਏ, ਜ਼ਬਾਨ ਪਵਿੱਤਰ ਹੁੰਦੀ ਹੈ। ਇਹ ਸਤਿਗੁਰੂ ਜੀ ਕਹਿੰਦੇ ਨੇ ਪਰਮ ਪਾਵਨ ਹੋਣ ਦੀ ਦਾਤ ਮਨ ਦੀ, ਸਰੀਰ ਦੀ ਤੇ ਇੰਦਰੀਆਂ ਦੀ ਸੁਚਮਤਾ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀ ਆ। ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰੂ ਸਾਹਿਬ ਤੋਂ ਸ਼ਬਦ ਵਿੱਚ ਮਿਲਾਵਾ ਮਿਲਾਪ ਹੋ ਜਾਂਦਾ ਹੈ। ਸ਼ਬਦ ਨਾਲ ਸੁਰਤ ਇੱਕ ਮਿਕ ਹੋ ਜਾਂਦੀ ਹੈ। ਕਿੱਥੇ ਮਨ ਨੂੰ ਕਿੰਨਾ ਯਤਨ ਲਾ ਲਾ ਕੇ ਵੀ ਸਾਧ ਸੰਗਤ ਜੀ ਲਾਈਏ ਤੇ ਤਾਂ ਵੀ ਨਹੀਂ ਲੱਗਦਾ। ਬਾਣੀ ਪੜ੍ਹਦਿਆਂ ਹੋਈ ਨਾ ਸਰੀਰ ਕਰਕੇ ਤਾਂ ਵੀ ਮਨ ਬਾਣੀ ਨਹੀਂ ਪੜ੍ਹਦਾ। ਸੰਗਤ ਕਰਨ ਬਹਿ ਜਾਈਏ ਤਾਂ ਵੀ ਨਹੀਂ ਮਨ ਸੰਗਤ ਕਰਦਾ। ਇਹ ਦਾਤ ਵੀ ਫਿਰ ਗੁਰੂ ਸਾਹਿਬ ਤੋਂ ਪ੍ਰਾਪਤ ਹੋ ਜਾਂਦੀ ਹੈ ਕਿ ਹਰ ਵੇਲੇ ਹੀ ਮਨ ਸ਼ਬਦ ਵਿੱਚ ਹੀ ਮਿਲ ਜਾਂਦਾ। ਜਿਵੇਂ ਮੱਛੀ ਜਲ 'ਚ ਮਿਲ ਜਾਂਦੀ ਹੋਈ ਜਲ 'ਚ ਹੀ ਰਹਿੰਦੀ ਹੈ, ਉਹਦਾ ਜੀਵਨ ਹੀ ਜਲ ਹੈ। ਇਵੇਂ ਸ਼ਬਦ ਵਿੱਚ ਮਨ ਜਿਹੜਾ ਹੈ ਮਿਲ ਜਾਂਦਾ ਹੈ। ਇਹ ਮਿਲਾਪ ਸ਼ਬਦ ਦਾ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦਾ ਹੈ। ਬਾਝ ਗੁਰੂ ਸਭ ਭਰਮ ਭੁਲਾਏ। ਗੁਰੂ ਤੋਂ ਬਾਝ ਜਿਹੜੀ ਸਖਣੀ ਹੈ ਨਾ ਸ੍ਰਿਸ਼ਟੀ, ਜਿਹੜੇ ਗੁਰੂ ਤੋਂ ਸਾਧ ਸੰਗਤ ਜੀ ਸਖਣੇ ਆ, ਜਿਨ੍ਹਾਂ ਨੇ ਗੁਰੂ ਜੀ ਨੂੰ ਧਾਰਨ ਨਹੀਂ ਕੀਤਾ, ਗੁਰੂ ਵਾਲੇ ਨਹੀਂ ਬਣੇ। ਬਾਝ ਗੁਰੂ ਸਭ ਭਰਮ ਭੁਲਾਈ, ਸਭ ਭਰਮ ਦੇ ਭੁਲੇਖਿਆਂ ਦਾ ਹੀ ਸ਼ਿਕਾਰ ਹੋਏ ਤੁਰੇ ਫਿਰਦੇ ਐ। ਬੜੀਆਂ ਬੜੀਆਂ ਸਾਧ ਸੰਗਤ ਜੀ ਵਿਚਾਰਾਂ ਦਿੰਦੇ ਐ,
ਬੜਾ ਬੜਾ ਸਿਆਣਪ ਦਾ ਇਜ਼ਹਾਰ ਕਰਦੇ ਐ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਭਰਮ 'ਚ ਹੀ ਪਏ ਹੋਏ ਐ, ਭੁਲੇਖੇ ਦਾ ਸ਼ਿਕਾਰ ਹਨ। ਉਹਨਾਂ ਚੀਜ਼ਾਂ ਦੀ ਹੀ ਬੜੀ ਜ਼ਿਆਦੀ ਵਿਚਾਰ ਦੱਸੀ ਜਾਂਦੇ ਜਿਹਦੇ ਤੋਂ ਭਰਮ ਹੋਰ ਵੱਧਦਾ ਜਾਂਦਾ, ਤੇ ਫਿਰ ਉਹ ਸਾਬਤ ਕਰਦੇ ਆ ਕਿ ਬੱਲੇ ਬੱਲੇ ਬੜੀ ਸਿਆਣਪ ਹੈ, ਬੜੀ ਅਕਲ ਵਾਏ। ਸਗੋਂ ਉਹਦੇ ਨਾਲ ਹੋਰ ਭਰਮ ਵੱਧਦਾ, ਹੋਰ ਭੁਲੇਖੇ ਪੈਂਦੇ ਆ, ਕਿਉਂਕਿ ਪਤਾ ਹੀ ਨਹੀਂ। ਸੋਝੀ ਤਾਂ ਗੁਰੂ ਸਾਹਿਬ ਤੋਂ ਆਉਣੀ ਹੈ, ਗੁਰੂ ਵਾਲੇ ਤਾਂ ਬਣੇ ਹੀ ਨਹੀਂ, ਗੁਰੂ ਜੀ ਦੀ ਸੰਗਤ ਨਹੀਂ ਕੀਤੀ, ਤੇ ਫਿਰ ਸੋਝੀ ਆਵੇ ਕਿਵੇਂ? ਇਸ ਤਰ੍ਹਾਂ ਹਜੂਰ ਕਹਿੰਦੇ ਗੁਰੂ ਜੀ ਤੋਂ ਬਿਨਾਂ ਤਾਂ ਸ੍ਰਿਸ਼ਟੀ ਦੀ ਇਹ ਹਾਲਤ ਹੈ, ਭਰਮ ਦੇ ਭੁਲੇਖਿਆਂ ਵਿੱਚ ਹੀ ਸਾਰੇ ਪਏ ਹੋਏ ਆ, ਕੋਈ ਸਰੂਪ ਦਾ ਗਿਆਨ ਨਹੀਂ ਹੈ। ਬਿਨ ਨਾਵੈ ਬਹੁਤਾ ਦੁਖ ਪਾਏ, ਨਾਮ ਤੋਂ ਬਿਨਾਂ ਜੀਵ ਸਖਣਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਬਹੁਤਾ ਦੁੱਖ ਪਾਈ। ਬਹੁਤਾ ਦੁੱਖ ਜਿਹੜਾ ਜੀਵ ਪਾਉਂਦਾ ਹੈ, ਕਿਉਂਕਿ ਨਾਮ ਦੀ ਦਾਤ ਤਾਂ ਫਿਰ ਪੂਰੇ ਗੁਰੂ ਜੀ ਤੋਂ ਮਿਲਣੀ ਆ ਨਾ। ਗੁਰੂ ਜੀ ਤੋਂ ਤਾਂ ਬੇਮੁਖ ਹੋ ਗਏ, ਗੁਰੂ ਧਾਰਨ ਨਹੀਂ ਕੀਤਾ, ਤੇ ਫਿਰ ਨਾਮ ਤੋਂ ਖਾਲੀ ਹਨ, ਜਿਸ ਕਰਕੇ ਬਹੁਤਾ ਦੁੱਖ ਜੀਵ ਪਾਉਂਦੇ ਆ। ਗੁਰਮੁਖ ਹੋਵਾ ਸੋ ਨਾਮ ਧਿਆਏ, ਜਿਹੜਾ ਗੁਰਮੁਖ ਹੁੰਦਾ ਨਾ, ਮਹਾਰਾਜ ਕਹਿੰਦੇ ਉਹਦਾ ਸੁਭਾਅ ਪਹਿਲਾ ਹੈ ਕਿ ਉਹ ਸੋ ਨਾਮ ਧਿਆਈ। ਉਹ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਪਾ ਕਰਕੇ ਨਾਮ ਨੂੰ ਧਿਆਉਂਦੇ ਆ, ਆਪ ਦਾ ਧਿਆਨ ਮਹਾਰਾਜ ਦੇ ਨਾਮ ਵਿੱਚ ਟਿਕਾਈ ਰੱਖਦੇ ਆ। ਦਰਸ਼ਨ ਸੱਚਾ ਸੱਚੇ ਪਾਤ ਹੋਏ, ਸੱਚਾ ਦਰਸ਼ਨ ਕਿਹੜਾ ਹੈ? ਜਿਹੜਾ ਅੰਦਰ ਸਤਿਗੁਰਾਂ ਜੀ ਦਾ ਸਾਧ ਸੰਗਤ ਜੀ ਉਪਦੇਸ਼ ਮਿੱਠਾ ਲੱਗਣਾ, ਫਿਰ ਅੰਦਰ ਪ੍ਰਕਾਸ਼ ਹੋਣਾ, ਇਹ ਦਰਸ਼ਨ ਮੰਨੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨੇਤਰਾਂ ਨਾਲ ਦਰਸ਼ਨ ਕਰਨਾ, ਮਹਾਰਾਜ ਦਾ ਸੁਪਨੇ ਵਿੱਚ ਦਰਸ਼ਨ ਹੋ ਜਾਣਾ, ਸਤਿਗੁਰੂ ਜੀ ਦਾ ਚਿੱਤਰ ਵੀ ਦਰਸ਼ਨ ਕਰ ਲੈਣਾ। ਇਉਂ ਸਾਧ ਸੰਗਤ ਜੀ ਇਹ ਦਰਸ਼ਨ ਮੰਨੇ ਹੋਏ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਦਰਸ਼ਨ ਹੁੰਦਾ ਹੈ ਤੇ ਦਰਸ਼ਨ ਸੱਚਾ ਹੈ। ਸੱਚੇ ਦਰਸ਼ਨ ਨਾਲ ਕੀ ਹੁੰਦਾ? ਫਿਰ ਪੜ੍ਹ ਦਿਓ, ਦਰਸ਼ਨ ਸੱਚਾ ਸੱਚੇ ਪਾਤ ਹੋਏ। ਫਿਰ ਸਾਧ ਸੰਗਤ ਜੀ ਉਹਨਾਂ ਨੂੰ ਸੱਚੇ ਪਰਮੇਸ਼ਰ ਵਿੱਚ ਅਭੇਦ ਹੋਣ ਦੀ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ। ਸੰਸਾਰ ਵਿੱਚ ਵੀ ਉਹਨਾਂ ਦੇ ਡੰਕੇ ਖੜਕਦੇ ਆ, ਤੇ ਪਰਲੋਕ ਵਿੱਚ ਉਹ ਪਰਮੇਸ਼ਰ ਦੇ ਅੰਦਰ ਅਭੇਦ ਹੋਣ ਰੂਪੀ ਸੱਚੀ ਪਤ ਇੱਜ਼ਤ ਪਾ ਕਰਕੇ ਸੁਰਖਰੂ ਹੋ ਕਰਕੇ ਜਾਂਦੇ ਆ। ਕਿਸਨੋ ਕਹੀਐ ਦਾਤਾ ਇੱਕ ਸੋਏ, ਮਹਾਰਾਜ ਕਹਿੰਦੇ ਕਿਸੇ ਨੂੰ ਕੀ ਭਾਈ ਕੋਈ ਉਲਾਂਭਾ ਦੇ ਸਕਦਾ ਹੈ? ਦਾਤਾ ਤਾਂ ਇੱਕੋ ਹੀ ਹੈ, ਪਰਮੇਸ਼ਰ ਵਾਹਿਗੁਰੂ। ਇਸ ਕਰਕੇ ਤੂੰ ਹੋਰ ਕੋਈ ਸਾਰੇ ਕਰਮ ਕਰੀ ਜਾਵੇਂ ਤੇ ਫਿਰ ਕਿਹਨੂੰ ਉਲਾਂਭੇ ਦਿਨਾ ਹੈ? ਦਾਤਾ ਤਾਂ ਇੱਕ ਪਰਮੇਸ਼ਰ ਹੈ, ਉਹਦੇ ਨਾਲ ਜੁੜ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ। ਮਹਾਰਾਜ ਕਹਿੰਦੇ ਕਿਹਨੂੰ ਭਾਈ ਕਹਿਣਾ ਕਰੀਏ? ਦਾਤਾ ਤਾਂ ਇੱਕੋ ਇੱਕ ਆਪ ਹੈ, ਪਰਮੇਸ਼ਰ ਵਾਹਿਗੁਰੂ ਸਭ ਦਾਤਾਂ ਦਾ। ਗੁਰੂ ਸਾਹਿਬ ਦੀ ਸ਼ਰਨ ਵਿੱਚ ਲਿਆਉਣ ਵਾਲਾ ਵੀ ਮੇਰਾ ਵਾਹਿਗੁਰੂ ਨਿਰੰਕਾਰ ਆਪ ਹੈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਏ, ਜਦੋਂ ਕਿਰਪਾ ਕਰਦਾ ਨਾ ਮੇਰੇ ਵਾਹਿਗੁਰੂ ਜੀ, ਉਦੋਂ ਫਿਰ ਗੁਰੂ ਸਾਹਿਬ ਦੁਆਰਾ ਸ਼ਬਦ ਵਿੱਚ ਮੇਲਾ ਕਰਾ ਦਿੰਦੇ ਆ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਸ਼ਬਦ ਨਾਲ ਮਿਲਾਪ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਸ਼ਬਦ ਦਾ ਮਿਲਾਪ ਬੜਾ ਅਦੁੱਤੀ ਹੈ, ਬੜਾ ਅਚਰਜ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਹਦੀ ਜ਼ਿੰਦਗੀ ਦਾ ਰੰਗ ਢੰਗ ਹੀ ਬਦਲ ਜਾਂਦਾ ਹੈ, ਉਹਦੇ ਬੋਲਣ ਦਾ ਸਲੀਕਾ ਹੀ ਬਦਲ ਜਾਂਦਾ ਹੈ। ਇਹ ਸ਼ਬਦ ਦੀ ਬੜੀ ਅਚਰਜ ਕਲਾ ਹੈ। ਥੋੜਾ ਹੀ ਸਪਰਸ਼ ਮਿਲ ਜੇ ਨਾ ਸ਼ਬਦ ਦੀ ਪ੍ਰੀਤ ਦਾ, ਤੇ ਉਹਦੇ ਨਾਲ ਇੰਨੀ ਆਕਰਸ਼ਣ ਸ਼ਕਤੀ ਹੁੰਦੀ ਹੈ ਸ਼ਬਦ ਵਿੱਚ, ਇੰਨਾ ਮਨ ਖਿੱਚਿਆ ਜਾਂਦਾ ਹੈ ਕਿ ਫਿਰ ਆਪਣੇ ਆਪ ਹੀ ਮਨ ਸ਼ਬਦ ਵਿੱਚ ਰਲ ਜਾਂਦਾ ਹੈ, ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਸ਼ਬਦ ਤੋਂ ਬਿਨਾਂ ਫਿਰ ਜੀਵਿਆ ਹੀ ਨਹੀਂ ਜਾਂਦਾ। ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਮਹਾਰਾਜ ਐਸੀ ਕਿਰਪਾ ਆਪਣੇ ਸਿੱਖਾਂ ਤੇ ਧਰਦੇ ਹੈ। ਗੁਰੂ ਸਾਹਿਬ ਦੇ ਕੋਲ ਤਾਂ ਦਾਤ ਹੈ, ਕਮੀ ਤਾਂ ਕਿਤੇ ਸਾਡੇ 'ਚ ਹੈ ਜਿਹੜੀ ਸ਼ਬਦ ਦੇ ਅੰਦਰ ਸੁਰਤ ਨਹੀਂ ਲੱਗਦੀ। ਮਹਾਰਾਜ ਦੇ ਕੋਲੋਂ ਇਹ ਦਾਤ ਮੰਗਿਆ ਕਰੀਏ, ਮਹਾਰਾਜ ਸਾਡੀ ਸੁਰਤ ਆਪਦੇ ਸ਼ਬਦ ਵਿੱਚ ਟਿਕ ਜਾਵੇ, ਸ਼ਬਦ ਵਿੱਚ ਇਕਾਗਰ ਹੋ ਜਾਵੇ। ਜਿਸ ਦਿਨ ਸੁਰਤ ਸ਼ਬਦ ਵਿੱਚ ਇਕਾਗਰ ਹੋ ਗਈ, ਸਮਝ ਲਓ ਇਹ ਸਫ਼ਰ ਫਿਰ ਜਿਹੜਾ ਨਾ ਸ਼ੁਰੂ ਹੋ ਗਿਆ। ਉਹਨਾਂ ਚਿਰ ਤਾਂ ਸਫ਼ਰ ਹੀ ਨਹੀਂ ਸ਼ੁਰੂ ਹੁੰਦਾ ਜਿੰਨਾ ਚਿਰ ਸੁਰਤ ਨਹੀਂ ਲੱਗਦੀ ਸ਼ਬਦ ਦੇ ਅੰਦਰ। ਸੁਰਤ ਦੇ ਲੱਗਦਿਆਂ ਹੀ ਫਿਰ ਆਪਣਾ ਕੰਮ ਮੁੱਕ ਜਾਂਦਾ, ਫਿਰ ਸ਼ਬਦ ਹੀ ਅਗਵਾਹੀ ਕਰਦਾ ਹੈ। ਫਿਰ ਮੰਜ਼ਲ ਦਰ ਮੰਜ਼ਲ, ਫਿਰ ਪੜਾਅ ਦਰ ਪੜਾਅ, ਤਰੱਕੀ ਵਰ ਤਰੱਕੀ ਹੁੰਦੀ ਚਲੀ ਜਾਂਦੀ ਹੈ, ਤੇ ਸ਼ਬਦ ਫਿਰ ਲੈ ਉੱਥੇ ਜਾਂਦਾ ਜਿੱਥੇ ਬ੍ਰਹਮ ਆਪ ਹੈ। ਇਉਂ ਮਹਾਰਾਜ ਕਹਿੰਦੇ ਕਿਰਪਾ ਗੁਰੂ ਸਾਹਿਬ ਕਰਦੇ ਐ।
ਗੁਰੂ ਸਾਹਿਬ ਦਾ ਸਰੂਪ ਨਿਰੰਕਾਰ ਆਪ ਧਾਰਿਆ ਨਾ ਪਰਮੇਸ਼ਰ ਨੇ, ਇਸ ਕਰਕੇ ਪਰਮੇਸ਼ਰ ਆਪ ਹੀ ਕਿਰਪਾ ਕਰਦਾ। ਇੱਥੇ ਸ਼ਬਦ ਵਿੱਚ ਮਿਲਾਪ ਹੁੰਦਾ ਹੈ ਜੀਵ ਦਾ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ। ਮਹਾਰਾਜ ਨੇ ਕਿਹਾ ਭਾਈ ਮਿਲ ਕਰਕੇ ਨਾ ਪਰਮ ਪ੍ਰੇਮ ਦੇ ਆਸਪਦ ਸਤਿਗੁਰੂ ਜੀ ਜੋ ਹਨ ਉਹਨਾਂ ਦੇ ਨਾਲ ਮਿਲ ਕਰਕੇ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਹੀ ਸਦਾ ਗਾਉਣਾ ਚਾਹੀਦਾ ਹੈ। ਇਹ ਮੇਰੇ ਮਨਾ, ਵਾਹਿਗੁਰੂ ਦਾ ਸਰੂਪ ਗੁਰੂ ਸਾਹਿਬ ਹਨ ਜੋ ਪ੍ਰੀਤ ਦੀ ਰੀਤ ਬਖਸ਼ਣ ਵਾਲੇ ਹਨ, ਪ੍ਰੇਮ ਦਾ ਪ੍ਰਸਾਦ ਦੇਣ ਵਾਲੇ ਹਨ। ਉਹਨਾਂ ਨਾਲ ਮਿਲ ਕਰਕੇ ਮਨਾ ਤੂੰ ਵੀ ਗਾਉਣਾ ਕਰ ਪਰਮੇਸ਼ਰ ਦੇ ਜਸ ਨੂੰ। ਨਾਨਕ ਸਾਚੇ ਸਾਚ ਸਮਾਵਾ। ਮਹਾਰਾਜ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਿ ਸੱਚੇ ਨਾਮ ਤੋਂ ਉਹ ਸੱਚੇ ਵਾਹਿਗੁਰੂ ਦੇ ਅੰਦਰ ਸਮਾ ਜਾਂਦੇ ਐ, ਸੱਚੇ ਗੁਰੂ ਸਾਹਿਬ ਦੀ ਸੰਗਤ ਤੋਂ ਸੱਚੇ ਨਿਰੰਕਾਰ ਦੇ ਅੰਦਰ ਸਮਾ ਜਾਂਦੇ ਐ। ਅਸੀਂ ਵੀ ਮਹਾਰਾਜ ਕਹਿੰਦੇ ਸਮਾ ਜਾਈਏ, ਕਮਾਈ ਕਰੀਏ ਨਾਮ ਦੀ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਕੋਲੋਂ ਸ਼ਬਦ ਦਾ ਪ੍ਰਸਾਦ ਮੰਗੀਏ। ਮਹਾਰਾਜ ਮੇਰਾ ਵੀ ਮਨ ਲੱਗ ਜਾਵੇ ਆਪ ਦੀ ਬਾਣੀ ਦੇ ਅੰਦਰ, ਮਹਾਰਾਜ ਮੈਨੂੰ ਵੀ ਨਾਮ ਮਿੱਠਾ ਲੱਗੇ, ਇਹ ਦਾਤ ਸਤਿਗੁਰਾਂ ਜੀ ਤੋਂ ਮੰਗੀਏ। ਤੇ ਜਦੋਂ ਫਿਰ ਸੱਚੇ ਦਾ ਸਪਰਸ ਪ੍ਰਾਪਤ ਹੁੰਦਾ ਹੈ, ਸੱਚੇ ਨਾਮ ਦੀ ਸਾਧ ਸੰਗਤ ਜੀ ਮਿਠਾਸ ਪ੍ਰਾਪਤ ਹੁੰਦੀ ਹੈ, ਫਿਰ ਸਾਚ ਸਮਾਵਾ, ਸੱਚ ਦੇ ਅੰਦਰ ਸਮਾ ਜਾਈਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੋ ਸ਼ਬਦ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਪੂਰਨਤਾ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਤਿਗੁਰਾਂ ਦੇ ਚਰਨਾਂ ਵਿੱਚੋਂ ਅਸੀਂ ਵੀ ਇਹ ਦਾਤ ਪ੍ਰਾਪਤ ਕਰੀਏ। ਜ਼ਿੰਦਗੀ ਦਾ ਲਕਸ਼ ਹੀ ਇਹ ਹੈ। ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਕਰਕੇ ਸਮਝਾਉਂਦੇ ਹੈ ਕਿ ਤੇਰੇ ਇਸ ਸਰੀਰ ਦੇ ਪਾਉਣ ਦਾ ਮਨੋਰਥ ਕੀ ਹੈ। ਜੋ ਤੂੰ ਇਕਰਾਰ ਕਰਕੇ ਆਇਆ, ਮਨੋਰਥ ਹੀ ਇਹ ਲੈ ਕਰਕੇ ਆਇਆ ਕਿ ਮਹਾਰਾਜ ਮੈਨੂੰ ਜਨਮ ਦਿਓ, ਮੈਂ ਨਾਮ ਜਪਾਂ ਤੇ ਆਪ ਵਿੱਚ ਅਭੇਦ ਹੋਵਾਂ। ਤੇ ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ। ਸੰਗਤ ਦੀ ਕਿੰਨੀ ਮਹਿਮਾ ਮਹਾਰਾਜ ਦੱਸੀ ਹੈ, ਪੂਰੇ ਗੁਰੂ ਜੀ ਦੀ ਸੰਗਤ ਦੀ ਕਿੰਨੀ ਵਡਿਆਈ ਕਹੀ ਹੈ। ਤੇ ਭਾਗਾਂ ਵਾਲੇ ਆ ਸਾਨੂੰ ਸਤਿਗੁਰਾਂ ਜੀ ਨੇ ਆਪਣੀ ਸੰਗਤ ਬਖਸ਼ੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਸੁਣਨ ਦਾ ਸੁਭਾਗ, ਮਹਾਰਾਜ ਦੀ ਕਥਾ ਬਾਣੀ ਦੀ ਸੁਣਨ ਦਾ ਸੁਭਾਗ ਮਹਾਰਾਜ ਸਾਨੂੰ ਬਖਸ਼ਿਆ ਹੈ। ਸਤਿਗੁਰੂ ਜੀ ਦੇ ਕੋਲੋਂ ਇਹ ਹੱਥ ਜੋੜ ਕੇ ਮੰਗਿਆ ਕਰੀਏ, ਮਹਾਰਾਜ ਆਪ ਦੇ ਘਰ ਕੋਈ ਮਹਾਰਾਜ ਘਾਟਾ ਨਹੀਂ, ਕੋਈ ਕਮੀ ਨਹੀਂ। ਕਿਰਪਾ ਕਰੋ ਮਹਾਰਾਜ, ਸਾਡੇ ਗੁਨਾਹਾਂ ਤਾਈਂ ਬਖਸ਼ ਲਓ, ਪਾਪਾਂ ਦੀ ਮੈਲ ਧੋ ਕੇ ਮਹਾਰਾਜ ਸਾਡੇ ਅੰਦਰ ਵੀ ਨਾਮ ਵਸਾ ਦਿਓ, ਸੁਰਤ ਆਪ ਦੇ ਸ਼ਬਦ ਵਿੱਚ ਟਿਕ ਜਾਵੇ। ਇਹ ਦਾਤ ਮਹਾਰਾਜ ਬਖਸ਼ੋ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਿਸਨੋ ਕਹੀਐ ਦਾਤਾ ਏਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚ ਸਮਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹਹਿ ਪੀ ਹੋਵਨ। ਹੇ ਸੰਤਹ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸਿਮਰੈ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗਜਾਵੇ ਸੋ ਨਿਹਾਲ ਹੋਵੇ। ਸਤਿ ਸ਼੍ਰੀ ਅਕਾਲ। ਗੁਰ ਬਾਰੇ